की आवाज आ रही है दोस्तों? जी हाँ सर, आ रही है आवाज। हाँ जी। हाँ, सब तो पहला तो मैं बहुत बहुत धन्नवादी हाँ पवन टिब्बा जी का ते ਉਹਨਾਂ ਦੀ ਪੂਰੀ ਸਮੁੱਚੀ ਟੀਮ ਜਿਹੜੀ ਇਸ ਕੇਂਦਰ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ ਤੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਆਪਣੀਆਂ ਗੱਲਾਂ ਤੁਹਾਡੇ ਨਾਲ ਕਰ ਸਕਾਂ। ਇੱਕ ਵਿਦਿਆਰਥੀ ਨੂੰ ਕੁਝ ਅਧਿਆਪਕਾਂ ਦੇ ਸਾਹਮਣੇ ਗੱਲ ਕਰਨ ਦਾ ਮੌਕਾ ਦਿੱਤਾ। ਇਸ ਤਰੀਕੇ ਨਾਲ ਮੈਂ ਇਸ ਮੌਕੇ ਨੂੰ ਦੇਖ ਰਿਹਾ। ਦੂਸਰੇ ਨੰਬਰ ਦੇ ਉੱਤੇ ਤੁਹਾਡਾ ਸਭ ਦਾ ਧੰਨਵਾਦ ਅਧਿਆਪਕ ਸਾਥੀਓ। ਜਿਸ ਤਰ੍ਹਾਂ ਦੇ ਸੰਕਟਾਂ ਦੇ ਸਾਹਮਣੇ ਸਾਡਾ ਅੱਜ ਦਾ ਸਮਾਜ ਹੈਗਾ, ਜ਼ਾਹਰ ਹੈ ਵੀ ਉਹਦੇ ਵਿੱਚੋਂ ਬਾਹਰ ਨਿਕਲਣ ਲਈ ਜਾਂ ਉਹਦੇ ਸਮਾਧਾਨ ਲੱਭਣ ਦੇ ਲਈ ਜੇ ਕੋਈ ਸਭ ਤੋਂ ਜ਼ਰੂਰੀ ਐਲੀਮੈਂਟ ਹੈਗਾ ਇਸ ਸਮਾਜ ਦਾ ਤਾਂ ਉਹ ਅਧਿਆਪਕ ਸਾਥੀ ਨੇ। ਸੋ ਇਹਨਾਂ ਅਧਿਆਪਕਾਂ ਦਾ ਇਸ ਤਰੀਕੇ ਨਾਲ ਓਰੀਐਂਟੇਸ਼ਨ ਕੋਰਸ ਲੱਗਣਾ, ਇਹਨਾਂ ਅਧਿਆਪਕਾਂ ਦਾ ਇਸ ਤਰੀਕੇ ਨਾਲ ਜਿਹੜਾ ਹੈਗਾ ਪੁਨਰ ਅਵਲੋਕਨ ਕਰਨਾ ਆਪਣੇ ਆਪ ਨੂੰ, ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਯੋਗਦਾਨ ਪਾਉਣਾ, ਇਹ ਮੇਰੇ ਲਈ ਬਹੁਤ ਵੱਡੇ ਭਾਗ ਵਾਲੀ ਗੱਲ। ਦੋਸਤੋ, ਮੈਨੂੰ ਕਿਹਾ ਗਿਆ ਸੀ ਜਿਹੜਾ ਨਿਰਧਾਰਿਤ ਸ਼ੈਡਿਊਲ ਦੇ ਮੁਤਾਬਕ ਕਿ ਮੈਂ ਤੁਹਾਡੇ ਨਾਲ ਕਵਿਤਾ ਦੇ ਬਾਰੇ ਵਿੱਚ ਗੱਲ ਕਰਨੀ ਹੈ, ਯਾਨੀ ਕਵਿਤਾ ਦਾ ਅਧਿਆਪਨ, ਕਵਿਤਾ ਦੀ ਪਰਖ ਤੇ ਕਵਿਤਾ ਦਾ ਵਿਸ਼ਲੇਸ਼ਣ ਕਿਸ ਤਰੀਕੇ ਨਾਲ ਹੋਣਾ ਚਾਹੀਦਾ। ਇਹ ਮੈਨੂੰ ਲੱਗਦਾ ਬਹੁਤ ਪੁਰਾਣਾ ਤੇ ਓਨਾ ਹੀ ਪੁਰਾਣਾ ਸਵਾਲ ਹੈ ਜਿੰਨੀ ਪੁਰਾਣੀ ਇਸ ਦੁਨੀਆ ਦੇ ਵਿੱਚ ਕਵਿਤਾ ਲਿਖੀ ਜਾਂਦੀ ਰਹੀ ਹੈ। ਮੈਂ ਇੱਕ ਹੋਰ ਗੱਲ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਮਾਫੀ ਮੰਗ ਲੈਣਾ ਵੀ ਮੇਰੇ ਕੋਲੇ ਨਾ ਉਸ ਕਿਸਮ ਦਾ ਜਿਹੜਾ ਉਹ ਪੀਪੀਟੀਜ਼ ਬਣਾਈਆਂ ਹੁੰਦੀਆਂ ਉਹ ਨਹੀਂ ਹੈਗੀਆਂ। ਮੈਂ ਤੁਹਾਡੇ ਨਾਲ ਗੱਲਬਾਤ ਹੀ ਕਰਾਂਗਾ। ਉਹਦੇ ਵਿੱਚੋਂ ਜੇ ਕੋਈ ਬਹੁਤ ਸਾਰੇ ਸਵਾਲ ਮੈਨੂੰ ਲੱਗਦਾ ਪੈਦਾ ਹੋਣਗੇ, ਆਪਾਂ ਉਹਨਾਂ ਸਵਾਲਾਂ ਦੇ ਉੱਤੇ ਬਾਅਦ ਵਿੱਚ ਵਿਸਥਾਰ ਨਾਲ ਗੱਲ ਕਰ ਲਾਂਗੇ। ਉਨੇ ਵਿਸਥਾਰ ਨਾਲ ਜਿੰਨੇ ਵਿਸਥਾਰ ਨਾਲ ਤੁਹਾਡਾ ਸਮਾਂ ਤੇ ਮੇਰੀ ਬੁੱਧੀ ਆਗਿਆ ਦਿੰਦੀ ਹੋਈ। ਉਹ ਜਿਹੜਾ ਇਹ ਨਵੀਂ ਤਰ੍ਹਾਂ ਦਾ ਟੈਕਨੀਕਲ ਜਿਹਾ ਕੰਮ ਹੈ, ਇਹ ਮੇਰੇ ਗੇੜ ਵਿੱਚ ਨਹੀਂ ਆਇਆ। ਮੈਂ ਕੋਸ਼ਿਸ਼ ਵੀ ਕੀਤੀ ਸੀ ਇਹ ਕਰਨ ਦੀ ਕਿ ਮੈਂ ਉਸੇ ਤਰੀਕੇ ਨਾਲ ਸਲਾਈਡਸ ਬਣਾਵਾਂ ਤੇ ਫਿਰ ਕਰਨ ਦੀ ਕੋਸ਼ਿਸ਼ ਕਰਾਂ, ਪਰ ਸ਼ਾਇਦ ਮੈਂ ਅਜੇ ਉਹਨਾਂ ਯੋਗ ਨਹੀਂ ਹੈਗਾ ਤਕਨੀਕੀ ਤੌਰ ਦੇ ਉੱਤੇ। ਸੋ ਮੈਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ। ਹਿੰਦੀ ਦੇ ਵਿੱਚ ਇੱਕ ਬਹੁਤ ਵੱਡੇ ਕਵੀ ਹੋਏ ਜਿਨ੍ਹਾਂ ਨੂੰ ਛਾਇਆਵਾਦੀ ਕਵੀ ਕਿਹਾ ਜਾਂਦਾ ਸੀ। ਉਹਨਾਂ ਦਾ ਨਾਮ ਹੈਗਾ ਸੁਮਿਤਰਾ ਨੰਦਨ ਪੰਤ। ਉਹਨਾਂ ਨੇ ਬਹੁਤ ਪਹਿਲਾਂ ਛਾਇਆਵਾਦ ਦੇ ਭਰਪੂਰਤਾ ਦੇ ਦੌਰ ਦੇ ਵਿੱਚ ਕਵਿਤਾ ਦੇ ਵਿੱਚ ਲਿਖਿਆ ਸੀ ਕਿ ਪਹਿਲਾ ਕਵੀ ਵਿਯੋਗੀ ਹੋਗਾ, आह से उपजा होगा गान, निकल कर आंखों से चुपचाप वही होगी कविता अनजान। ਹੁਣ ਇਸ ਗੱਲ ਨੂੰ ਹਿੰਦੀ ਵਾਲਿਆਂ ਨੇ ਲੰਬਾ ਸਮਾਂ ਇੱਕ ਤਰੀਕੇ ਨਾਲ ਮੈਨੀਫੈਸਟੋ ਮੰਨਿਆ, ਘੋਸ਼ਣਾ ਪੱਤਰ ਮੰਨਿਆ ਕਿ ਕਵਿਤਾ ਆਉਂਦੀ ਕਿੱਥੋਂ ਹੈ। ਇਹਦੇ ਬਾਰੇ ਬਹੁਤ ਲੰਬੀ ਵਿਚਾਰ ਚੱਲਦੀ ਰਹੀ ਹੈ। ਆਪਾਂ ਜਦੋਂ ਦੁਨੀਆ ਦੀਆਂ ਪੁਰਾਣੀਆਂ ਸੰਸਕ੍ਰਿਤਿਕ ਰਿਵਾਇਤਾਂ ਨੂੰ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਕਵਿਤਾ ਦੇ ਬਾਰੇ ਗੱਲ ਹੋਈ, ਚਾਹੇ ਉਹ ਵੈਸਟਰਨ ਪੋਇਟਿਕਸ ਹੋਵੇ, ਐਂਸ਼ੀਅੰਟ ਗ੍ਰੀਕ ਪੋਇਟਿਕਸ ਤੋਂ ਲੈ ਕੇ ਵੈਸਟਰਨ ਪੋਇਟਿਕਸ ਹੋਵੇ, ਜਾਂ ਸਾਡਾ ਭਾਰਤੀ ਕਾਵਿ ਸ਼ਾਸਤਰ ਹੋਵੇ, ਜਾਂ ਉਸ ਤੋਂ ਬਾਅਦ ਜਿਹੜਾ ਸੈਮੈਟਿਕ ਜਾਂ ਜਿਹਨੂੰ ਅਸੀਂ ਕਹਿੰਦੇ ਇਸਲਾਮੀ ਕਾਵਿ ਸ਼ਾਸਤਰ ਦੀ ਗੱਲ ਹੋਵੇ, ਜਾਂ ਮਾਡਰਨ ਦੌਰ ਦੇ ਵਿੱਚ ਰਚੀ ਜਾਣ ਵਾਲਾ ਸਾਰਾ ਸਾਹਿਤ, ਉਹਦੇ ਕਾਵਿ ਸ਼ਾਸਤਰੀ ਸਰੋਕਾਰਾਂ ਦੇ ਵਿੱਚ ਕਵਿਤਾ ਦੇ ਬਾਰੇ ਜ਼ਰੂਰ ਨਿੱਠ ਕੇ ਗੱਲ ਹੁੰਦੀ ਰਹੀ ਹੈ। ਯਾਨੀ ਪਹਿਲਾ ਪਹਿਲ ਤਾਂ ਇਹ ਸੀ ਕਿ ਪੂਰੇ ਸਾਹਿਤ ਨੂੰ ਕਾਵਿ ਸਾਹਿਤ ਹੀ ਕਿਹਾ ਜਾਂਦਾ ਸੀ। ਜਿਹੜਾ ਤੁਸੀਂ ਇਸ ਗੱਲ ਤੋਂ ਭਲੀ ਭਾਂਤ ਵਾਕਿਫ ਹੋ ਕਿ ਜਿਹੜਾ ਭਾਰਤੀ ਕਾਵਿ ਸ਼ਾਸਤਰ ਹੈ ਉਹ ਅਸਲ ਦੇ ਵਿੱਚ ਕਾਵਿ ਸ਼ਾਸਤਰ ਨਾਲੋਂ ਜ਼ਿਆਦਾ ਸਾਹਿਤ ਸ਼ਾਸਤਰ ਹੈ। ਪਰ ਕਿਉਂਕਿ ਉਸ ਵੇਲੇ ਕਵਿਤਾ ਵੱਖ-ਵੱਖ ਵਿਧਾਵਾਂ ਦਾ ਵਿਰਾਟ ਰੂਪ ਸੀ, ਯਾਨੀ ਕਵਿਤਾ ਦੇ ਵਿੱਚ ਵੱਖ-ਵੱਖ ਜਾਨਰ ਰਚੇ ਜਾਂਦੇ ਸਨ ਵਿਦਿਨ ਦਾ ਪੋਇਟਰੀ, ਤੋਂ ਇਸ ਕਰਕੇ ਉਹਨੂੰ ਕਾਵਿ ਸ਼ਾਸਤਰ ਹੀ ਕਿਹਾ ਗਿਆ। ਸੋ ਇਸੇ ਤਰੀਕੇ ਨਾਲ ਭਗਤ ਕਬੀਰ ਸਾਹਿਬ ਨੇ ਜਦੋਂ ਇਹ ਗੱਲ ਕਹੀ ਕਿ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਤਾਂ ਉਹਨਾਂ ਨੇ ਕਵਿਤਾ ਦੇ ਨਾਲ ਜੁੜੀ ਹੋਈ ਸਾਰੀ ਬਹਿਸ ਨੂੰ, ਸਾਰੇ ਕਾਵਿ ਸ਼ਾਸਤਰੀ ਇੱਕ ਤਰੀਕੇ ਨਾਲ ਸਾਡੇ ਮੱਧਕਾਲੀ ਕੰਸਰਨਸ ਜਿਹੜੇ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟੀਕੋਣ ਦਿੱਤਾ। ਸੋ ਮੈਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਕਵਿਤਾ ਇਸ ਧਰਤੀ ਉੱਤੇ ਮਨੁੱਖ ਦੀ ਸਭ ਤੋਂ ਪੁਰਾਣੀ ਸ਼ਬਦ ਸਾਥੀ ਹੈ। ਸਭ ਤੋਂ ਪੁਰਾਣੀਆਂ ਵਿਧਾਵਾਂ ਦੇ ਵਿੱਚੋਂ ਜੇ ਕੋਈ ਵਿਧਾ ਇਸ ਵੇਲੇ ਜੀਵਤ ਹੈ, ਯਾਨੀ ਪੂਰੀ ਭਰਪੂਰਤਾ ਨਾਲ ਲਿਖੀ ਜਾ ਰਹੀ ਹੈ, ਤਾਂ ਉਹ ਕਵਿਤਾ ਹੀ ਹੈ। ਕੀ ਹੋਇਆ ਕਿ ਕੁਝ ਸਾਲ ਪਹਿਲਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ। ਕੁਝ ਸਾਲ ਪਹਿਲਾਂ
यूरोप ਦੇ ਵਿੱਚ ਸਭ ਤੋਂ ਪਹਿਲਾਂ ਇਹ ਲਹਿਰ ਚੱਲੀ ਤੇ ਫਿਰ ਹੌਲੀ ਹੌਲੀ ਇਹ ਲਾਗ ਦੀ ਬਿਮਾਰੀ ਵਾਂਗੂ ਦੂਜੀਆਂ ਭਾਸ਼ਾਵਾਂ ਵਿੱਚ ਹੁੰਦੀ ਹੋਈ ਆਪਣੇ ਪੰਜਾਬੀ ਵਿੱਚ ਵੀ ਆਈ ਹੈ। ਪੰਜਾਬੀ ਵਿੱਚ ਡਾਕਟਰ ਨੂਰ ਹੋਰਾਂ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਹ ਸੀ ਕਿ ਉਹ ਕਹਿੰਦੇ ਕਿ ਕਵਿਤਾ ਦਾ ਦੌਰ ਜਾ ਚੁੱਕਾ ਹੈ, ਯਾਨੀ ਜਿਸ ਤਰ੍ਹਾਂ ਦੀ ਰਿਐਲਿਟੀ ਹੁਣ ਸੁਸਾਇਟੀ ਦੇ ਵਿੱਚ ਹੈ, ਇਹ ਰਿਐਲਿਟੀ ਨੂੰ ਸਮਝਣਾ ਪੋਇਟਿਕ ਪਰਸੈਪਸ਼ਨ, ਕਾਵਿਕ ਪ੍ਰਤੱਖਣ ਦੇ ਰਾਹੀਂ ਸੰਭਵ ਨਹੀਂ ਹੈ। ਯਾਨੀ ਜਿਸ ਤਰ੍ਹਾਂ ਦੀ ਜਟਿਲਤਾ ਪਈ ਹੋਈ ਹੈ ਸਮਾਜਿਕ ਯਥਾਰਥ ਵਿੱਚ, ਸੋਸ਼ਲ ਰਿਐਲਿਟੀ ਦੇ ਵਿੱਚ, ਉਹਨੂੰ ਕਵਿਤਾ ਰਾਹੀਂ ਸਮਝਿਆ ਨਹੀਂ ਜਾ ਸਕਦਾ। ਕਵਿਤਾ ਕਿਉਂਕਿ ਇੱਕ ਬਹੁਤ ਸੰਕੇਤਕ ਤੇ ਸੰਖੇਪ ਵਿਧਾ, ਛੋਟੀ ਵਿਧਾ ਹੈ। ਜੇ ਕਵਿਤਾ ਨੂੰ ਵੱਡੇ ਰੂਪਾਂ ਦੇ ਵਿੱਚ ਵੀ ਲਿਖਿਆ ਗਿਆ, ਜਿਵੇਂ ਤੁਸੀਂ ਇਹ ਸਮਝੋ ਕਿ ਵੱਡੇ ਮਹਾਕਾਵ ਲਿਖੇ ਗਏ ਕਵਿਤਾ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਪੋਇਟਿਕ ਪਰਸੈਪਸ਼ਨ ਰਹੀ ਹੈ ਉਹ ਪੈਚਿਸ ਵਿੱਚ ਰਹੀ, ਖੱਪਿਆਂ ਦੇ ਵਿੱਚ ਰਹੀ। ਉਹਦੇ ਵਿੱਚ ਵੀ ਯਾਨੀ ਉਨੀ ਜ਼ਿਆਦਾ ਨੈਰੇਟਿਵ ਸਪੇਸ ਨਹੀਂ ਰਹੀ ਜਿੰਨੀ ਜ਼ਿਆਦਾ ਨਾਵਲ ਦੇ ਵਿੱਚ ਜਾਂ ਕਹਾਣੀ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ। ਤਾਂ ਇਸ ਕਰਕੇ ਇਹ ਗੱਲ ਯੂਰਪ ਦੇ ਵਿੱਚ ਚੱਲੀ ਕਿ ਹੁਣ ਕਵਿਤਾ ਦਾ ਦੌਰ ਜਾ ਚੁੱਕਾ ਹੈ ਜੀ, ਹੁਣ ਕਵਿਤਾ ਨਹੀਂ ਲਿਖਣੀ ਚਾਹੀਦੀ ਜੀ। ਇਹਦੀ ਦੇਖਾ ਦੇਖੀ ਸਾਡੇ ਲੋਕਾਂ ਨੇ ਵੀ ਇਹ ਗੱਲ ਇੱਥੇ ਪੰਜਾਬ, ਪਹਿਲਾਂ ਹਿੰਦੀ ਵਿੱਚ ਇਹ ਗੱਲ ਪ੍ਰਚਾਰਿਤ ਹੋਈ ਤੇ ਫਿਰ ਪੰਜਾਬੀ ਵਾਲਿਆਂ ਨੇ ਵੀ ਉਹਦੀ ਦੇਖਾ ਦੇਖੀ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ। ਪਰ ਕੁਝ ਸਮਾਂ ਪਹਿਲਾਂ ਇੱਕ ਜਰਮਨ ਭਾਸ਼ਾ, ਡੱਚ ਭਾਸ਼ਾ ਦਾ ਇੱਕ ਪੋਇਟ ਹੈ, ਉਹਦਾ ਨਾਮ ਹੈਗਾ ਕੇਵਿਨ ਰੂਡਿਯਾਰਡ। ਕੇਵਿਨ ਰੂਡਿਯਾਰਡ, ਉਸ ਬੰਦੇ ਦੀ ਸੰਗ੍ਰਹਿ ਆਇਆ ਜਿਹੜੇ ਨੋਬਲ ਪ੍ਰਾਈਜ਼ ਦੇ ਲਈ ਵੀ ਉਹ ਆਖਰੀ 3-4 ਕਿਤਾਬਾਂ ਤੱਕ ਉਹ ਬੰਦਾ ਗਿਆ। ਉਹਦੀ ਭੂਮਿਕਾ ਬਹੁਤ ਕਮਾਲ ਦੇ ਤਰੀਕੇ ਨਾਲ ਲਿਖੀ ਗਈ, ਪੜ੍ਹਨ ਵਾਲੀ ਹੈ। ਉਹਦੀ ਭੂਮਿਕਾ ਦੇ ਬਾਰੇ ਗੱਲ ਕਰਦਿਆਂ ਬੜੇ ਵੱਡੇ ਚਿੰਤਕ ਨੇ ਸਲੋਵਾ ਜ਼ਿਜ਼ਿਕ ਨੇ ਵੀ ਵਿਸਥਾਰ ਦੇ ਵਿੱਚ ਗੱਲ ਕੀਤੀ ਵੀ ਕਵਿਤਾ ਜਿਹੜੀ ਹੈ ਉਹ ਅਸਲ ਦੇ ਵਿੱਚ ਕਰਦੀ ਕੀ ਹੈ, ਜਾਂ ਸਾਡੇ ਸਮਿਆਂ ਦੇ ਵਿੱਚ ਕਵਿਤਾ ਨੇ ਕਰਨਾ ਕੀ ਹੁੰਦਾ। ਇਹ ਗੱਲ ਵੱਖਰੀ ਹੈ ਕਿ ਜਿਸ ਕਿਸਮ ਦੀ ਸੋਸ਼ਲ ਰਿਐਲਿਟੀ ਦੇ ਅਸੀਂ ਸਾਹਮਣੇ ਆ, ਉਹਦੇ ਵਿੱਚ ਕਵਿਤਾ ਦੀ ਗੁੰਜਾਇਸ਼ ਥੋੜੀ ਜਿਹੀ ਘਟੀ ਹੈ, ਥੋੜੀ ਜਿਹੀ ਕੀ ਕਾਫੀ ਘਟੀ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਇੱਕ ਕਿਸਾਨ ਅੰਦੋਲਨ ਚੱਲ ਰਿਹਾ ਆਪਣਾ, ਸਾਰੇ ਜਿਹੜੇ ਮਤਲਬ ਪੰਜਾਬ ਹਰਿਆਣਾ ਵਾਲੇ ਲੋਕ ਆ, ਪੂਰੇ ਭਾਰਤ ਦਾ ਹੀ ਬਣ ਗਿਆ ਹੁਣ ਉਹਦੇ ਬਾਰੇ ਬਹੁਤ ਸਾਰੀ ਕਵਿਤਾ ਲਿਖੀ ਗਈ, ਬਹੁਤ ਸਾਰੀ ਕਵਿਤਾ ਲਿਖੀ ਗਈ, ਢੇਰਾਂ ਦੇ ਢੇਰ ਕਵਿਤਾ ਲਿਖੀ ਗਈ। ਪਿਛਲੇ ਸਾਲ ਨਵੰਬਰ ਤੋਂ ਲੈ ਕੇ ਵਿਸ਼ੇਸ਼ ਤੌਰ ਤੇ, ਜਾਂ ਪਿਛਲੇ ਸਾਲ ਸਤੰਬਰ ਤੋਂ ਲਾ ਲਓ, ਲਗਭਗ 1 ਸਾਲ ਹੋਣ ਵਾਲਾ। ਉਸ ਕਵਿਤਾ ਦੇ ਵਿੱਚੋਂ ਯਾਨੀ ਮੈਂ ਉਸ ਕਵਿਤਾ ਦੇ ਵਿੱਚ ਕਾਫੀ ਵਿੱਚੋਂ ਲੰਘਿਆ ਤੇ ਮੈਂ ਇਹ ਗੱਲ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਕਵਿਤਾ ਬਣਾ ਸਕਦੀਆਂ, ਹਨਾ। ਕਿਉਂਕਿ ਜਿਵੇਂ ਬਾਕੀ ਚੀਜ਼ਾਂ ਨੂੰ ਅਸੀਂ, ਇੱਕ ਗੱਲ ਤੁਹਾਨੂੰ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਕਿ ਜਿਵੇਂ ਅਸੀਂ ਬਾਕੀ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਹਾਂ ਨਾ, ਉਸੇ ਤਰੀਕੇ ਨਾਲ ਅਸੀਂ ਵਿਚਾਰਾਂ ਨੂੰ ਵੀ ਬਹੁਤੀ ਵਾਰ ਕੰਜ਼ਿਊਮ ਕਰ ਰਹੇ ਹੁੰਦੇ ਹਾਂ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਅਸੀਂ ਦੂਸਰਿਆਂ ਦੀ ਦੇਖਾ ਦੇਖੀ, ਇੱਕ ਸਮਾਜ ਦੀ, ਜਿਵੇਂ ਬੰਦਾ ਘੜਿਆ ਜਾ ਰਿਹਾ ਹੁੰਦਾ, ਅਸੀਂ ਦਾ ਮਤਲਬ ਸਾਡੇ ਯੁੱਗ ਦਾ ਘੜਿਆ ਜਾ ਰਿਹਾ ਬੰਦਾ, ਤੁਸੀਂ ਨਹੀਂ, ਮੈਂ ਨਹੀਂ, ਮੈਂ ਹੋ ਸਕਦਾ, ਤੁਸੀਂ ਨਹੀਂ, ਸਾਡੇ ਯੁੱਗ ਦਾ ਘੜਿਆ ਜਾ ਰਿਹਾ ਬੰਦਾ, ਉਹ ਕਰਦਾ ਕੀ ਹੈ ਬਈ, ਉਹਨੂੰ ਘੜਨ ਦੇ ਵਿੱਚ ਕੁਝ ਆਈਕਨ ਇਸਟੈਬਲਿਸ਼ ਕਰਦੀ ਹੈ, ਇਸਟੈਬਲਿਸ਼ਮੈਂਟ, ਸਥਾਪਤੀ ਆਈਕਨ ਬਣਾ ਕੇ ਫਿਰ ਉਹਦੇ ਰਾਹੀਂ ਕੱਪੜਿਆਂ ਦਾ, ਉਹਦੇ ਰਾਹੀਂ ਗਹਿਣਿਆਂ ਦਾ, ਉਹਦੇ ਰਾਹੀਂ ਯਾਨੀ ਇਹ ਦੱਸਿਆ ਜਾਂਦਾ ਕਿ ਬੰਦਾ ਹੋਣ ਦੀ ਵਿਆਖਿਆ ਇਹੀ ਸਾਰਾ ਕੁਝ ਹੈ। ਤੇ ਉਹਦੇ ਰਾਹੀਂ ਫਿਰ ਮੰਡੀ ਆਪਣਾ ਮਾਲ ਵੇਚਦੀ ਹੈ, ਜਿਹੜਾ ਪੂਰਾ ਸਿਸਟਮ ਹੈ ਉਹਦੇ ਰਾਹੀਂ ਉਹ ਆਪਣਾ ਕੰਮ ਕਰਦਾ। ਇਸੇ ਤਰੀਕੇ ਨਾਲ ਵਿਚਾਰ ਵੀ ਪੇਸ਼ ਕੀਤੇ ਜਾ ਰਹੇ ਹੁੰਦੇ ਨੇ, ਯਾਨੀ ਵਿਚਾਰ ਵੀ ਜਿਹੜੇ ਹੁੰਦੇ ਬਹੁਤੀ ਵਾਰ ਉਹ ਆਪਣੇ ਨਹੀਂ ਹੁੰਦੇ, ਤੇ ਵਿਚਾਰਾਂ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਹੁੰਦਾ ਜਿਹੜਾ ਅਸੀਂ ਕੰਜ਼ਿਊਮ ਕਰਦੇ ਹਾਂ, ਦੂਸਰਿਆਂ ਦੇ ਵਿਚਾਰਾਂ ਦੀ ਖਪਤ ਕਰਦੇ। ਉਹ ਕਵਿਤਾ ਦੇ ਵਿੱਚੋਂ ਜਦੋਂ ਮੈਂ ਲੰਘਿਆ ਤਾਂ ਮੈਂ ਦੇਖਿਆ ਕਿ ਉਹਦੇ ਵਿੱਚ 4-5 ਥੀਮ ਬਣਦੇ ਨੇ। ਮਸਲਨ ਪੰਜਾਬ ਦੇ ਉਸ ਸਾਰੇ ਇਤਿਹਾਸ ਦੀ, ਜਾਂ ਕਹਿ ਲਓ ਇਤਿਹਾਸ ਨਾਲ ਜੁੜੀਆਂ ਮਿੱਥਾਂ ਨੂੰ ਅੱਗੇ ਲਿਆਂਦਾ ਜਾ ਰਿਹਾ, ਜਿਹਦੇ ਵਿੱਚ ਦਿੱਲੀ ਨੂੰ ਕਿੰਨੀ ਵਾਰ ਜਿੱਤੇ ਹੋਣ ਦਾ ਜ਼ਿਕਰ ਕੀਤਾ ਗਿਆ, ਜਾਂ ਦਿੱਲੀ ਨੂੰ ਔਰਤ ਬਣਾ ਕੇ ਤੇ ਇੱਕ ਪੰਜਾਬੀ ਕਿਸਾਨ ਨੂੰ ਮਰਦ ਬਣਾ ਕੇ ਦਿੱਲੀ ਨੂੰ ਵਿਆਉਣ ਦੀ ਗੱਲ ਕੀਤੀ ਗਈ ਹੈ, ਜਿਹੜੀ ਕਿ ਮੈਨੂੰ ਲੱਗਦਾ ਔਰਤ ਬਹੁਤ ਵੱਡੀ ਪੱਧਰ ਤੇ ਔਰਤ ਵਿਰੋਧੀ ਗੱਲ ਸੀ। ਜਾਂ ਤੀਜੇ ਨੰਬਰ ਦੇ ਉੱਤੇ ਪੰਜਾਬ ਦੇ ਇਤਿਹਾਸ ਵਿੱਚੋਂ ਕਿਸਾਨ ਦੇ ਅੰਨਦਾਤਾ ਹੋਣ ਦਾ ਸੰਕਲਪ, ਜਿਹੜਾ ਆਧਾਰ ਬਣਾ ਕੇ ਕਿਸਾਨ ਦਾ ਸ਼ੋਸ਼ਣ ਕੀਤਾ ਜਾਂਦਾ ਰਿਹਾ ਬਹੁਤ ਲੰਬਾ ਸਮਾਂ, ਕਿਸਾਨ ਨੂੰ ਅੰਨਦਾਤਾ ਕਹਿ ਕੇ ਉਹਨੂੰ ਬਾਕੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ ਰਿਹਾ, ਉਹਨੂੰ ਅੱਗੇ ਲਿਆ ਕੇ ਉਹਦਾ ਇੱਕ ਥੀਮ ਬਣਿਆ। ਸੋ ਇਹ 4-5 ਥੀਮ ਸੀ ਤੇ ਇਹਦੇ ਦੁਆਲੇ ਦੁਆਲੇ ਬਹੁਤ ਵੱਡੀ ਪੱਧਰ ਦੇ ਉੱਤੇ ਕਵਿਤਾ ਲਿਖੀ ਗਈ। ਅੱਛਾ, ਇਹਦੇ ਨਾਲ ਜੁੜੇ ਹੋਏ ਜਿਹੜੇ ਤੁਸੀਂ ਲੇਖ ਪੜ੍ਹੇ, ਕੁਝ ਲੇਖ ਵੀ ਲਿਖੇ ਗਏ, ਉਹਨਾਂ ਲੇਖਾਂ ਦੇ ਵਿੱਚੋਂ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਉਹਦੇ ਬਾਰੇ ਸਮਝ ਸਕਦੇ ਹੋ ਕਵਿਤਾ ਦੇ
मुकाबले यानी कविता के मुकाबले तुसी उस अंदोलन पढ़ के कविता विच उस अंदोलन बारे कोई अपनी वधिया चिंतन वाली समझ नहीं बना सकते। यानी उस अंदोलन की डॉक्यूमेंटाइजेशन कविता नालों ज्यादा उन्होंने लेखा ने की कि जे इतिहास की एक विथ के उत्तों तुसी पढ़ना होवे तो वह लेख तुहाडे वध सहाई होणगे उस कविता की निस्बत। तो वो जिहड़ा केविन रुडियॉर्ड है फिर वो कहता भाई असल दे विच कविता का काम की है, जिहदी जिजेक ने गल उहदी भूमिका की कीती, वो कहता कविता का काम यह रह गया कि कविता राही भावें तुसी अज दे युग दे विच यथार्थ नूं नहीं समझ सकते या कह लो कि उन्नी पेचीदा यथार्थ है जिन्हों शायद कविता उन्हें सूत नहीं आ रही, पर एक गल पक्की है कि कविता फिर आधार बनती है बाकी साहित्यक विधावां की तैयारी का, बाकी साहित्यक विधावां की सिखलाई का। कविता उस पूरे लिटरेरी रियलिटी नूं साहित्यक यथार्थ नूं समझण दा आधार है, जिहड़ा साहित्यक यथार्थ शब्दां राही एक वड्डा मैटाफर बनना हुंदा, एक रूपक बनना हुंदा। यानी असी जिंदगी का जिहड़ा असली यथार्थ है वह साहित्य विच जदों आउंदा तां असीं उहनूं साहित्यक यथार्थ कहने तुहानूं आपां सारे ये गल नूं जाणदे हां। तां उस यथार्थ दी एक वक्री सुहजात्मक स्थिति है, ਉਹਨੂੰ ਸਮਝਣ ਦੇ ਲਈ कविता फिर एक मुढ़ली विधा के रूप ਦੇ काम करती है। ਜਿਹੜੇ दुनिया ਦੇ ਵਿੱਚ जिन्ने भी ਵੱਡੇ ਸਾਹਿਤਕਾਰ ਹੋਏ ਨੇ ਜਾਂ जिन्ने भी ਵੱਡੇ पाठक भी होए, पाठक ਸਾਹਿਤਕਾਰ ਨਾਲੋਂ छोटा नहीं ਹੁੰਦਾ, ਉਹਨਾਂ ने अपना आरंभ ਜਿਹੜਾ ਕੀਤਾ ना ਉਹ कविता पढ़न तो ही आरंभ किया। ਅਸੀਂ आम तौर पर यह गल कहने ਹੁੰਦੇ कि ਵੱਡੇ ਸਾਹਿਤਕਾਰਾਂ ਦੀਆਂ ਵੱਡੇ ਨਾਵਲਕਾਰਾਂ ਦੀਆਂ इंटरव्यूज़ पढ़दा ਹਾਂ, ਕਹਿੰਦੇ मैं पहला कविता लिखनी शुरू की, हौली हौली जो फिर मैं विचारक तौर पर पकियाई आ गई मेरे विच, फिर मैं कहानी वाल आया तो फिर मैं ये वड्डा नावल लिखा। वो इस तरीके नाल गल करते होंगे। तो कविता जिहड़ी है ये फिर एक फाउंडेशन स्टोन वांगू नींह दे पत्थर वांगू काम करती है। हुण तक फिलोसफी दीयां दो धरावां दुनिया दे विच रहीआं, एक नूं असीं यथार्थ, एक नूं असीं कहने आ अध्यात्मवादी कहने आ ते दूसरे नूं यथार्थवादी कहने। ये मोटे तौर के उत्ते गल है भी जिहड़ा यथार्थवादी है वो ये गल कहंदा कि इस दुनिया का जिहड़ा आरंभ है या दुनिया का बेस है वो एक मैटर तो पदार्थ तो होया, इहदे विच कोई यही दुनिया है जिहड़ी तुहाडे सामने है दिसदी हुई, इसे दुनिया दे विच जीना है ते इसे दुनिया दे विचों बंदे ने फिर जिहड़ा हैगा ਉਹਦੇ शरीर ने ਉਹਦਾ साथ छड़ देना ते शरीर के खत्म होने तो बाद ਉਹਦੀ मौत हो जानी। जिहड़ा अध्यात्मिक यथार्थ है जिहनूं असीं आदर्शवादी यथार्थ कहने, आदर्शवादी दर्शन कहने आ, वो इस गल तो थोड़े जिहे वक्रे तरीके नाल सोचदा। वो कहंदा कि नहीं, असल दे विच इस लोक दे उत्ते जिहड़ा जीन है ये किसी होर वड्डे लोक दे मंतव दे लई इत्थे आया बंदा, ते इत्थे जीन तो बाद इत्थे जिंदगी खत्म करन तो बाद भी बंदे दे कोल होर जीण दे परपजेस हुंदे ने, उहने होर किते जाना हुंदा है, उहदी रूह हुंदी है, उहदी आत्मा हुंदी है, जिहने होर संसार विच जाना हुंदा है। इस तरह दीयां सारियां गल्लां, यानी ये कहा गया कि जिहड़ी दृष्टि है इहनूं भ्रम भी कहा नाल दी नाल, जो कुछ तुहानूं दिखाई दिंदा है इहनूं वहम भी कहा। ये यूनानी एंशियंट ग्रीक फिलोसफी दे विच भी ये सारा कुछ पिया, साडे भारतीय दर्शन दे विच इस किस्म की अध्यात्मिकता नहीं पई। तां कविता दे विच भी यह सारियां दो धरावां इस दर्शन दे पैरल समानांतर तुहानूं नज़र आउंदी। हुण तक दा जिन्ना भी ज्ञान इस संसार दे विच पैदा होया, उस ज्ञान नूं पैदा करन विच ते खास तौर पर दूसरे तक प्रसारित करन दे विच तीन चार पद्धतियां ने, तीन पद्धतियां ने मेरी नज़र दे विच। मैं इस तरीके नाल समझण की कोशिश करदा हुंदा कि सब तो पहला फिलोसफी है। फिलोसफी ने इस पैदा होने वाले ज्ञान नूं या दुनिया प्रति समझ कह लीए, आपां ज्ञान ना कहिए, उहनूं दूसरियां तक प्रसारित किया। यानी फिलोसफी सब तो पहला या फलसफा इस गल वल वधिया कि उन्हें जानने की कोशिश की कि जो कुछ वापरदा है ये क्यों वापरदा है। ते दूसरे पासे ये सी कि तकनीक सी। उस तो बाद जो फिलोसफी तो अगले थां दे उत्ते जाने असीं ते सानूं नज़र आउंदा कि एक तकनीक है, वो तकनीक पैदा होंदी, चाहे उन्हें तुसीं विज्ञान के रूप में कह लो, चाहे उन्हें तुसीं तकनीक के रूप में कह लो, पर इन्हां दा जिहड़ा इजहार कीता वो भाषा दे राही हुंदा। यानी ये जदों साझ पाउण दी गल आउंदी है तां इहदा सब तो वड्डा बेस बनदी है भाषा। अज दे युग दे विच जदों तकनीक दे उत्ते जोर दिता जा रहा है, टैक्नोलॉजी एंड इनफॉर्मेशन का दौर किया जा रहा है, तो उहदे विचों ज्ञान की थां दे उत्ते इनफॉर्मेशन या सूचना लिआंदी जांदी है। एनलाइटनमेंट की थां दे उत्ते, विजडम की थां दे उत्ते जदों इनफॉर्मेशन आ जाएगी, इनफॉर्मेशन दे विच सियाणप दी
ਸੰਭਾਵਨਾ ਘਟ ਜਾਂਦੀ ਹੁੰਦੀ ਹੈ, ਸਿਰਫ ਸੂਚਨਾ ਦੀ ਪੱਧਰ ਤੱਕ ਘਟਾ ਦਿੱਤਾ ਗਿਆ ਹੁੰਦਾ ਬੰਦੇ ਨੂੰ, ਤਾਂ ਉੱਥੇ ਫਿਰ ਜਿਹੜੀ ਭਾਸ਼ਾ ਹੈ ਨਾ, ਉਸ ਭਾਸ਼ਾ ਦੇ ਪ੍ਰਮਾਣਿਕ ਰੂਪ ਨੂੰ ਅੱਗੇ ਪ੍ਰਸਾਰਿਤ ਕਰਨ ਦਾ ਸਭ ਤੋਂ ਵੱਡਾ ਜੇ ਕੋਈ ਹਥਿਆਰ ਬਣਦਾ ਹੈ ਜਾਂ ਸਾਧਨ ਬਣਦਾ, ਹਥਿਆਰ ਨਾ ਕਹੀਏ ਤਾਂ ਉਹ ਕਵਿਤਾ ਬਣੀ। ਕਵਿਤਾ ਅੱਜ ਦੇ ਸਮਿਆਂ ਦੇ ਵਿੱਚ ਵੀ ਉਨੀ ਸਾਰਥਕਤਾ ਦੇ ਨਾਲ ਲਿਖੀ ਜਾ ਰਹੀ ਹੈ। ਦੁਨੀਆ ਦੀ ਕੋਈ ਜ਼ਬਾਨ ਤੁਸੀਂ ਦੇਖ ਲਓ, ਮੈਂ ਪਿਛਲੇ ਦਿਨਾਂ ਦੇ ਵਿੱਚ ਕੁਝ ਕਵਿਤਾਵਾਂ ਜਿਹੜੀਆਂ ਲੇਟੈਸਟ ਸਪੈਨਿਸ਼ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ, ਅੰਗਰੇਜ਼ੀ ਰਾਹੀਂ ਅਨੁਵਾਦ ਹੋਈਆਂ, ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਅਮਰੀਕਾ ਦੇ ਵਿੱਚ ਬਹੁਤ ਸਾਰੀ ਕਵਿਤਾ ਐਸੀ ਲਿਖੀ ਗਈ ਜਿਹੜੀ ਕਵਿਤਾ ਈਵਨ ਨੋਬਲ ਪ੍ਰਾਈਜ਼ ਵੀ ਪਿਛਲੇ ਸਾਲਾਂ ਦੇ ਵਿੱਚੋਂ, ਪਿਛਲੇ 4-5 ਸਾਲਾਂ ਦੇ ਵਿੱਚੋਂ ਸਾਹਿਤ ਦਾ ਨੋਬਲ ਪ੍ਰਾਈਜ਼ ਵੀ ਇੱਕ ਕਵਿਤਰੀ ਨੂੰ ਮਿਲਿਆ। ਤਾਂ ਇਹਦਾ ਮਤਲਬ ਇਹ ਹੈ ਕਿ ਕਵਿਤਾ ਇਸ ਯੁੱਗ ਦੇ ਵਿੱਚ ਵੀ ਬੰਦੇ ਦੀ ਸਾਥਣ ਬਣੀ ਹੋਈ, ਉਹ ਉਦੋਂ ਤੋਂ ਬਣੀ ਹੋਈ ਹੈ ਜਦੋਂ ਤੋਂ ਇਸ ਧਰਤੀ ਉੱਤੇ ਸੰਸਕ੍ਰਿਤਿਕ ਵਿਕਾਸ ਸ਼ੁਰੂ ਹੋਇਆ ਸੀਗਾ। ਜਿਨ੍ਹਾਂ ਲੋਕਾਂ ਨੇ ਹੜੱਪਾ ਸਭਿਅਤਾ ਦੀ ਖੁਦਾਈ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਸੀਗੇ, ਉਹਨਾਂ ਦੀਆਂ ਤੁਸੀਂ ਕੁਝ ਕਿਤਾਬਾਂ, ਇੰਦੂ ਮੋਹਨ ਬੈਨਰਜੀ ਦੀ ਕਿਤਾਬ ਹੀ ਪੜ੍ਹ ਕੇ ਦੇਖ ਲਿਓ, ਇੰਦੂ ਭੂਸ਼ਣ ਬੈਨਰਜੀ ਦੀ, ਉਹਦੇ ਵਿੱਚ ਵੀ ਲਿਖਿਆ ਜਾਂਦਾ ਕਿ ਉਹ ਭਾਵੇਂ ਲਿਪੀ ਨਹੀਂ ਪੜ੍ਹੀ ਗਈ ਉਹਨਾਂ ਹੜੱਪਾ ਦੇ ਜਿਹੜੇ ਦ੍ਰਵਿੜ ਲੋਕ ਸੀਗੇ, ਉਹਨਾਂ ਦੀ ਲਿਪੀ ਤੱਕ ਨਹੀਂ ਪਹੁੰਚਿਆ ਜਾ ਸਕਿਆ, ਪਰ ਉਹਦੇ ਵਿੱਚ ਕੁਝ ਸਤਰਾਂ ਉਹ ਕਹਿੰਦੇ ਇਸ ਤਰੀਕੇ ਦੀਆਂ ਲਿਖੀਆਂ ਹੋਈਆਂ ਨੇ ਕਿ ਪੱਕੇ ਤੌਰ ਤੇ ਇਸ ਗੱਲ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਜ਼ਰੂਰ ਇਹ ਕਵਿਤਾ ਦੀਆਂ ਸਤਰਾਂ ਹੋਣਗੀਆਂ। ਜੇ ਅਸੀਂ ਉਸ ਗੱਲ ਨੂੰ ਯਾਨੀ ਉਹਨਾਂ ਦਾ ਅੰਦਾਜ਼ਾ ਵੀ ਮੰਨ ਲਈਏ ਤਾਂ ਦੁਨੀਆ ਦੇ ਵਿੱਚ ਐਸੇ ਬਹੁਤ ਸਾਰੇ ਕਬੀਲੇ ਨੇ, ਉਹਨਾਂ ਕਬੀਲਿਆਂ ਦੇ ਅੱਜ ਤੱਕ ਵੀ ਜਿਹੜੀਆਂ ਧੁਨਾਂ ਉਹ ਬਹੁਤ ਕਾਵਿਕ ਨੇ। ਉਹ ਕਬੀਲੇ ਆ ਜਿਹੜੇ ਸਾਡੇ ਅੱਜ ਦੇ ਦਿਸਦੇ ਵਿਕਾਸ ਤੋਂ ਪਛੜੇ ਹੋਏ ਨੇ, ਉਹ ਵਿਕਾਸ ਜਿਹੜਾ ਸਾਡੇ ਤੱਕ ਪਹੁੰਚਿਆ। ਇਹਦਾ ਮਤਲਬ ਕਵਿਤਾ ਜਿਹੜੀ ਆ ਮਨੁੱਖ ਦੇ ਨਾਲ ਹਰ ਯੁੱਗ ਦੇ ਵਿੱਚ ਰਹੀ, ਹਰ ਥਾਂ ਦੇ ਉੱਤੇ ਰਹੀ ਤੇ ਹਰ ਸਮੇਂ ਰਹੀ। ਮੈਂ ਇਹ ਗੱਲ ਕਹਿਣਾ ਹੁੰਨਾ ਸਾਡੇ ਪੰਜਾਬੀਆਂ ਦੇ ਸੰਦਰਭ ਦੇ ਵਿੱਚ, ਬਾਕੀ ਸਾਰੇ ਵੀ ਇੱਦਾਂ ਹੀ ਹੋਣਗੇ ਕਿਉਂਕਿ ਮੈਂ ਆਪ ਪੰਜਾਬੀ ਹਾਂ ਤੇ ਪੰਜਾਬੀ ਕਵਿਤਾ ਨੂੰ ਦਾ ਵਿਦਿਆਰਥੀ ਹਾਂ, ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ, ਇਸ ਕਰਕੇ ਮੈਂ ਇਹ ਗੱਲ ਮਹਿਸੂਸ ਕਰਦਾ ਹੁੰਦਾ ਕਿ ਬੰਦੇ ਦੀ ਜ਼ਿੰਦਗੀ ਦੇ 3 ਵੱਡੇ ਸੰਸਕਾਰ ਨੇ, ਜਨਮ, ਵਿਆਹ ਤੇ ਮੌਤ। ਇਹਨਾਂ 3 ਸੰਸਕਾਰਾਂ ਦੇ ਵਿੱਚ ਦੁਨੀਆ ਦੇ ਹਰ ਥਾਂ ਦੇ ਉੱਤੇ ਹਰ ਭਾਸ਼ਾ ਦੇ ਵਿੱਚ, ਹਰ ਜ਼ਬਾਨ ਦੇ ਵਿੱਚ ਕੁਝ ਗੀਤ ਘੜੇ ਗਏ। ਜਨਮ ਦੇ ਵੇਲੇ ਗੀਤ ਗਾਏ ਜਾਂਦੇ ਆ, ਕੁੜੀ ਦੇ ਵੇਲੇ ਜਨਮ ਵੇਲੇ ਹੋਰ ਗਾਏ ਜਾਂਦੇ, ਮੁੰਡੇ ਦੇ ਜਨਮ ਵੇਲੇ ਹੋਰ ਗਾਏ ਜਾਂਦੇ, ਵਿਆਹ ਦੇ ਉੱਤੇ ਗੀਤ ਗਾਏ ਜਾਂਦੇ, ਉਹ ਵੀ ਇਸੇ ਤਰੀਕੇ ਨਾਲ ਵੱਖਰੇ ਵੱਖਰੇ ਨੇ। ਈਵਨ ਮੌਤ ਦੇ ਉੱਤੇ ਵੀ ਗੀਤ ਗਾਏ ਜਾਂਦੇ, ਜਿਹੜੀ ਮੌਤ ਦੇ ਵੇਲੇ ਵੀ, ਮੌਤ ਨੂੰ ਵੀ ਇਹ ਗੱਲ ਮੈਂ ਜਿਵੇਂ ਪਹਿਲਾਂ ਕਿਹਾ ਕਿ ਇੱਕ ਪਰਮਾਰਥਕ ਸਥਿਤੀ ਮੰਨਿਆ ਜਾਂਦਾ ਕਿ ਬੰਦੇ ਨੇ ਖਤਮ ਹੋਣ ਤੋਂ ਬਾਅਦ, ਇਸ ਧਰਤੀ ਦੇ ਆਪਣਾ ਸਫ਼ਰ ਖਤਮ ਕਰਨ ਤੋਂ ਬਾਅਦ ਕਿਸੇ ਵੱਡੀ ਸ਼ਕਤੀ ਵਿੱਚ ਵਿਲੀਨ ਹੋਣਾ, ਇਸ ਕਰਕੇ ਉਹਨੂੰ ਵੀ ਜਸ਼ਨ ਦੀ ਸਥਿਤੀ ਦੇ ਰੂਪ ਵਿੱਚ ਦੇਖਿਆ ਜਾਂਦਾ। ਖਾਸ ਤੌਰ ਤੇ ਜੇ ਕੋਈ ਬੰਦਾ ਕਿਸੇ ਕੁਵੇਲੇ ਨਹੀਂ ਮਰਦਾ, ਯਾਨੀ ਜਦੋਂ ਕੋਈ ਬੰਦਾ ਆਪਣੀ ਪੂਰੀ ਜ਼ਿੰਦਗੀ ਹੰਢਾ ਕੇ ਇਸ ਧਰਤੀ ਤੋਂ ਜਾਂਦਾ ਹੈ, ਇਸ ਸੰਸਾਰ ਤੋਂ, ਤਾਂ ਉਹਨੂੰ ਕਹਿੰਦੇ ਨੇ ਵੱਡਾ ਹੋ ਜਾਣਾ, ਤੇ ਉਹਦੇ ਤੇ ਵੀ ਗੀਤ ਗਾਏ ਜਾਂਦੇ ਨੇ। ਪਰ ਪੰਜਾਬੀਆਂ ਦੇ ਵਿੱਚ ਜਿਹੜੀ ਇੱਕ ਚੀਜ਼ ਦੇਖੀ ਗਈ ਕਵਿਤਾ ਦੇ ਪ੍ਰਸੰਗ ਦੇ ਵਿੱਚ, ਜਿਹੜੀ ਬਾਕੀ ਜ਼ਬਾਨਾਂ ਦੇ ਵੀ ਸ਼ਾਇਦ ਇੰਨੀ ਜ਼ਿਆਦਾ ਨਾ ਹੋਵੇ, ਉਹ ਇਹ ਕਿ ਜਨਮ ਲੈਣ ਤੋਂ ਪਹਿਲਾਂ ਤੋਂ ਹੀ ਗੀਤਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ। ਤੁਸੀਂ ਇਹ ਗੀਤ ਸੁਣਿਆ ਹੋਣਾ, ਲੋਕ ਗੀਤ ਹੈ ਸਾਡਾ ਉਹ, ਕਿ ਇੱਕ ਔਰਤ ਦੀ ਇੱਛਾ ਹੈ ਕਿ ਉਹ ਮਾਂ ਬਣੇ, ਪਰ ਉਹਦਾ ਜਿਹੜਾ ਖਾਵੰਦ ਹੈ ਉਹ ਦੂਰ ਕਿਤੇ ਗਿਆ ਹੋਇਆ, ਤੇ ਉਹ ਕਰਦੀ ਕੀ ਹੈ, ਫਿਰ ਬੱਚੇ ਦੀ ਪਰਿਕਲਪਨਾ ਕਰ ਰਹੀ ਹੈ। ਯਾਨੀ ਉਹ ਕਹਿੰਦੀ ਹੈ ਬਈ ਮਿੱਟੀ ਦਾ ਬਾਵਾ ਮੈਂ ਬਣਾਉਣੀ ਆ, ਝੱਗਾ ਪਾਉਣੀ ਆ, ਉੱਤੇ ਦਿੰਨੀ ਆ ਖੇਸੀ, ਨਾ ਰੋ ਮਿੱਟੀ ਦੇ ਬਾਵਿਆ ਤੇਰਾ ਪਿਓ ਪਰਦੇਸੀ। ਇਸ ਤਰ੍ਹਾਂ ਦੇ ਗੀਤ, ਇਸ ਤਰ੍ਹਾਂ ਦੇ ਲੋਕ ਗੀਤ, ਇਸ ਤਰ੍ਹਾਂ ਦੀ ਕਾਵਿਕ ਤਰਬੀਅਤ, ਕਾਵਿਕ ਪਰਵਰਿਸ਼, ਇਹ ਪੰਜਾਬੀਆਂ ਦੇ ਹਿੱਸੇ ਆਈ ਹੈ। ਇਸ ਗੱਲ ਦੇ ਵਿੱਚੋਂ ਇਹ ਸਵਾਲ ਵੀ ਪੈਦਾ ਹੋ ਸਕਦਾ ਫਿਰ ਹੁਣ ਪੰਜਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸੰਗੀਤ ਦੇ ਕਿਉਂ ਸਨਮੁਖ ਨੇ, ਉਹਦੇ ਬਾਰੇ ਆਪਾਂ ਜੇ ਮੌਕਾ ਲੱਗਾ ਤਾਂ ਫਿਰ ਉਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਇਹ ਗੱਲ ਤੁਹਾਡੇ ਨਾਲ ਦੋਸਤੋ ਇਸ ਕਰਕੇ ਸਾਂਝੀ ਕਰ ਰਿਹਾ ਕਿ ਸਾਡੀ ਪੂਰੀ ਦੀ ਪੂਰੀ ਰਵਾਇਤ ਰਹੀ ਹੈ ਕਿ ਰਿਗਵੇਦ ਦੇ ਵਿੱਚ ਜਿਹੜਾ ਪੂਰੇ ਦਾ ਪੂਰਾ ਉਹਦੇ ਵਿੱਚ ਲਿਖਿਆ ਗਿਆ, ਕਵਿਤਾ ਦੇ ਵਿੱਚ ਲਿਖਿਆ ਗਿਆ। ਸਾਡੇ ਬਾਕੀ ਜਿਹੜੇ ਉਪਨਿਸ਼ਦ ਸੀਗੇ, 4 ਵੇਦ ਸੀ, ਉਹ ਵੀ ਕਵਿਤਾ ਦੇ ਵਿੱਚ ਲਿਖੇ ਗਏ। ਉਹਨਾਂ ਦੇ ਵਿੱਚੋਂ ਜ਼ਿੰਦਗੀ ਦੇ ਵੱਡੇ ਸੱਚ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਾਉਣ ਦੇ ਲਈ ਕਵਿਤਾ ਦਾ ਸਹਾਰਾ ਲਿਆ ਗਿਆ। ਉਹਦਾ ਕਾਰਨ ਸ਼ਾਇਦ ਇਹ ਸੀ ਕਿ ਕਵਿਤਾ ਆਪਣੀ ਗੱਲ ਬਹੁਤ ਸੰਖੇਪ ਦੇ ਵਿੱਚ ਤੇ ਬਹੁਤ ਸੰਕੇਤਕ ਰੂਪ ਦੇ ਵਿੱਚ ਕਰਦੀ ਹੈ। ਕਵਿਤਾ ਦੇ ਮੂੰਹ ਚੜਨ ਦੇ, ਜ਼ਬਾਨ ਦੇ ਉੱਤੇ ਚੜਨ ਦੇ ਮੌਕੇ ਵੱਧ ਹੁੰਦੇ ਨੇ, ਤੇ ਇਸ ਕਰਕੇ ਜਿਹੜਾ
ਇਹ ਸੰਭਾਵਨਾ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਤੁਹਾਨੂੰ ਵੈਸੇ ਯਾਦ ਨਾ ਰਹਿਣ, ਉਹ ਗੱਲਾਂ ਜਦੋਂ ਤੁਸੀਂ ਕਵਿਤਾ ਦੇ ਰੂਪ ਦੇ ਵਿੱਚ ਰੱਟ ਲੈਂਦੇ ਹੋ ਤਾਂ ਉਹ ਗੱਲਾਂ ਫਿਰ ਤੁਹਾਨੂੰ ਸੌਖੇ ਤਰੀਕੇ ਨਾਲ ਯਾਦ ਰਹਿ ਜਾਂਦੀਆਂ ਨੇ। ਇਸ ਕਰਕੇ ਜਿਹੜੇ ਬਹੁਤ ਵੱਡੇ ਸਿਧਾਂਤਕ ਸੂਤਰ ਸੀ ਜ਼ਿੰਦਗੀ ਦੇ, ਉਹ ਸਾਡੇ ਤੱਕ ਪਹੁੰਚਾਉਣ ਦੇ ਲਈ ਕਵਿਤਾ ਦਾ ਸਹਾਰਾ ਲਿਆ ਗਿਆ। ਸ਼ੇਖ ਬਾਬਾ ਫਰੀਦ ਹੋਰੀ ਪੰਜਾਬੀ ਦੇ ਪਹਿਲੇ ਜਿਹੜੇ ਉਹ ਬਕਾਇਦਾ ਕਵੀ ਗਿਣੇ ਜਾਂਦੇ ਲੋਕ ਸਾਹਿਤ ਤੋਂ ਬਾਅਦ, ਜਿਨ੍ਹਾਂ ਨੇ ਇਸ ਵਿਸ਼ਿਸ਼ਟ ਸਾਹਿਤ ਤਾਂ ਲੋਕ ਕਾਵਿ ਤੇ ਵਿਸ਼ਿਸ਼ਟ ਕਾਵਿ ਦਾ ਤੁਹਾਨੂੰ ਪਤਾ ਹੀ ਆ, ਸਾਰੇ ਤੁਸੀਂ ਅਧਿਆਪਕ ਹੋ, ਕਿ ਜਿਹੜੇ ਲੋਕਾਂ ਦੇ ਸਮੁੱਚੇ ਸਮੂਹ ਵੱਲੋਂ ਪੂਰੀ ਚੇਤਨਾ ਦੇ ਰੂਪ ਦੇ ਵਿੱਚ ਆਪਣੀ ਭਾਗੀਦਾਰੀ ਕਰਦੇ ਹੋਏ ਜਿਹੜਾ ਸਾਹਿਤ ਲਿਖਿਆ ਜਾਂਦਾ ਹੈ, ਉਹਦੇ ਨਾਲ ਕਿਸੇ ਇੱਕ ਦਾ ਨਾਮ ਨਹੀਂ ਜੁੜਿਆ ਹੁੰਦਾ, ਉਹਨੂੰ ਅਸੀਂ ਲੋਕ ਕਾਵਿ ਜਾਂ ਲੋਕ ਸਾਹਿਤ ਕਹਿ ਲੈਂਦੇ ਹਾਂ। ਜਿਹਦੇ ਨਾਲ ਕਿਸੇ ਵਿਸ਼ਿਸ਼ਟ ਬੰਦੇ ਦੀ ਚੇਤਨਾ ਉਜਾਗਰ ਹੁੰਦੀ ਹੋਵੇ, ਭਾਵੇਂ ਲਿਖਿਆ ਉਹ ਵੀ ਸਾਰੇ ਲੋਕ ਸਮੂਹ ਲਈ ਗਿਆ ਹੋਵੇ, ਉਹਨੂੰ ਅਸੀਂ ਵਿਸ਼ਿਸ਼ਟ ਸਾਹਿਤ ਜਾਂ ਖਾਸ ਬੰਦੇ ਵੱਲੋਂ ਲਿਖਿਆ ਗਿਆ ਸਾਹਿਤ ਕਹਿ ਲੈਂਦੇ। तो शेख बाबा फरीद जी के पंजाबी दे विच 112 श्लोक ने, उन्होंने 112 श्लोकों के उत्ते 18 गुरु साहिबान दी टिप्पणियां ते 130 बनती है उन्होंने गिनती, 4 शब्द ने उन्होंने। पर फारसी दे विच उन्होंने 13 किताबां ने, और फारसी दे विच तुसीं हैरान रह जाओगे कि जिहड़ियां कुछ किताबां हिकमत दियां उन्होंने विच भी शेख फरीद दे कुछ कह लो कि मसनवी एक पढ़ाई जाती है हिकमत दे विच। इत्थों तक भी जिहड़े फारसी दे विच मैथमैटिक्स है गणित, ਉਹਦੇ ਵਿੱਚ भी शेख फरीद वालों लिखे गए कुछ ਇਹ कह लो हिस्सा कविता का पढ़ाया जाता है। तुसीं हैरान रह जाओगे जे मैं तुहानूं ये गल दस्सण दी कोशिश करां कि पशुआं दे इलाज का सब तो पुराना ग्रंथ जिहड़ा लिखिया गया दुनिया दे विच, ਉਹਦਾ नाम हैगा शालीहोत्र संहिता। शालीहोत्र संहिता ਉਹ ਪੂਰੇ ਦਾ ਪੂਰਾ ਗ੍ਰੰਥ ਕਵਿਤਾ ਦੇ ਵਿੱਚ ਲਿਖਿਆ ਗਿਆ, ਸੰਸਕ੍ਰਿਤ ਕਵਿਤਾ ਦੇ ਵਿੱਚ। ਉਹਦੇ ਵਿੱਚ ਪਸ਼ੂਆਂ ਦੇ ਖਰੀਦ ਵੇਲੇ ਉਹਨਾਂ ਦੇ ਸਰੀਰ ਦੇ ਉੱਤੇ ਜਿਹੜੀਆਂ ਭੌਰੀਆਂ ਹੁੰਦੀਆਂ ਨੇ, ਵਾਲਾਂ ਦੇ ਗੋਲ ਗੋਲ ਚੱਕਰ ਬਣੇ ਹੋਏ, ਉਹਨਾਂ ਦੇ ਚੰਗੇ ਮਾੜੇ ਸ਼ੁਭ ਅਸ਼ੁਭ ਫਲ ਕੀ ਹੋ ਸਕਦੇ ਆ। ਪਸ਼ੂ ਜੇ ਖਰੀਦਦੇ ਸਮੇਂ ਪੇਸ਼ਾਬ ਕਰਦਾ ਹੈ ਜਾਂ ਗੋਹਾ ਕਰਦਾ ਹੈ ਤਾਂ ਉਹਦੇ ਫਲ ਕੀ ਹੋਣੇ ਨੇ। ਪਸ਼ੂ ਦੇ ਸਿੰਗਾਂ ਦਾ ਆਕਾਰ, ਉਹਦੇ ਰੰਗ, ਉਹਦੇ ਸਰੀਰ ਦੀ ਬਾਕੀ ਬਣਤਰ, ਤੇ ਇਹ ਸਾਰੀਆਂ ਗੱਲਾਂ ਨੂੰ ਸੰਸਕ੍ਰਿਤ ਸ਼ਲੋਕਾਂ ਦੇ ਵਿੱਚ ਪਾ ਕੇ ਸਾਡੇ ਤੱਕ ਪਹੁੰਚਾਇਆ ਗਿਆ ਤਾਂ ਕਿ ਲੋਕ ਜਿਹੜੇ ਨੇ ਉਹਨੂੰ ਆਸਾਨੀ ਨਾਲ ਯਾਦ ਕਰ ਲੈਣ। ਇਹ ਗੱਲ ਵੱਖਰੀ ਹੈ ਕਿ ਸੰਸਕ੍ਰਿਤ ਲੰਬੇ ਸਮੇਂ ਤੋਂ ਬਾਅਦ ਹੁਣ ਆਮ ਬੋਲਚਾਲ ਦੀ ਭਾਸ਼ਾ ਨਹੀਂ ਰਹੀ। ਆਮ ਬੋਲਚਾਲ ਦੀ ਭਾਸ਼ਾ ਕੀ ਰਹਿਣੀ ਹੈ, ਉਹ ਸਾਡੇ ਗਿਆਨ ਵਿਗਿਆਨ ਦੀ ਭਾਸ਼ਾ ਵੀ ਇਸ ਕਰਕੇ ਨਹੀਂ ਰਹੀ ਕਿਉਂਕਿ ਸੰਸਕ੍ਰਿਤ ਦੇ ਵਿੱਚ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਪੈਦਾ ਹੋ ਗਈਆਂ, ਆਪਣੀ ਪੰਜਾਬੀ ਵੀ ਉਹਦੇ ਵਿੱਚੋਂ ਪੈਦਾ ਹੋਈ ਭਾਸ਼ਾ। इस करके वो जिहड़ा ज्ञान है संस्कृत दे विच उहनूं व्याख्या दी मेरी आवाज दोस्तों सुन रही है? मैनूं विचे फोन आ गया सी, मैं कट्टिया वो फोन तां करके आ रही है बस। हाँ ठीक है ठीक है ठीक है ठीक है। तो इस करके ਜਿਹੜੀ ਕਵਿਤਾ ਹੈ ਨਾ ਉਹ ਸਾਡੇ ਖਾਸ ਤੌਰ ਤੇ ਭਾਰਤੀਆਂ ਦੇ ਨਾਲ ਤਾਂ ਬਹੁਤ ਬੁਰੇ ਤਰੀਕੇ ਨਾਲ ਚੱਲਦੀ ਆ ਰਹੀ। ਬੁਰੇ ਤਰੀਕੇ ਨਾਲ ਸ਼ਬਦ ਮੈਂ ਬਹੁਤ ਚੰਗੀ ਭਾਵਨਾ ਨਾਲ ਕਹਿ ਰਿਹਾ, ਚੱਲਦੀ ਆ ਰਹੀ ਹੈ ਔਰ ਉਹ ਹਰ ਯੁੱਗ ਦੇ ਵਿੱਚ ਨਾਲ ਰਹੀ ਹੈ। ਸਾਡੇ ਮਹਾਕਾਵ ਉਹਦੇ ਵਿੱਚ ਲਿਖੇ ਗਏ, ਰਾਮਾਇਣ ਪੂਰੀ ਦੀ ਪੂਰੀ ਜਿਹੜੀ ਹੈ, ਮਹਾਭਾਰਤ, ਤੇ ਉਸ ਤੋਂ ਬਾਅਦ ਜਾ ਕੇ ਸਿਮਰਤੀਆਂ ਲਿਖੀਆਂ ਗਈਆਂ ਬਹੁਤ ਸਾਰੀਆਂ। ਮੱਧਕਾਲ ਦੇ ਵਿੱਚ ਜਾ ਕੇ ਸਾਰੀ ਦੀ ਸਾਰੀ ਬਾਣੀ, ਜਿਹਨੂੰ ਅਸੀਂ ਇੰਨੀ ਇੱਜ਼ਤ ਦਿੱਤੀ ਕਿ ਉਸ ਕਵਿਤਾ ਨੂੰ ਅਸੀਂ ਬਾਣੀ ਦਾ ਰੂਪ ਦੇ ਦਿੱਤਾ। ਜਾਂ ਫਿਰ ਜਾ ਕੇ ਅੱਗੇ ਜਿਹੜੇ ਸਾਡੇ ਕੋਲੇ ਕਿੱਸਾ ਕਾਵ ਜਾਂ ਸੂਫੀ ਕਾਵ ਹੈ, ਸੂਫੀ ਕਾਵ ਦਾ ਬਾਕੀ ਹਿੱਸਾ, ਤੇ ਉਹ ਸਾਰਾ ਕੁਝ ਕਵਿਤਾ ਦੇ ਰੂਪ ਦੇ ਵਿੱਚ ਹੈ। ਤੇ ਆਧੁਨਿਕ ਯੁੱਗ ਦੇ ਵਿੱਚ ਜਾ ਕੇ ਜਦੋਂ ਅਸੀਂ ਹੋਰ ਚੀਜ਼ਾਂ ਨੂੰ ਆਧਾਰ ਬਣਾਉਂਦੇ ਹਾਂ, ਬਈ ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਚੱਲ ਰਹੀ ਸੀ, ਅਸੀਂ ਇਸ ਗੱਲ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਵੇਲੇ ਕਿਹੜੀਆਂ ਮੁੱਖ ਘਟਨਾਵਾਂ ਹੋਈਆਂ, ਯਾਨੀ ਜਲਿਆਂਵਾਲੇ ਬਾਗ ਦੀ ਘਟਨਾ ਜਾਂ ਉਸ ਤੋਂ ਪਹਿਲਾਂ ਜਾ ਕੇ ਗਦਰ ਲਹਿਰ, उस दौर की कविता साडा वड्डा सहारा बनती है इस सारे कासे नूं समझण दे लई। पगड़ी संभाल जट्टा लहर अंग्रेज़ां दे खिलाफ पीजेंट्री की लहर है, तो उहदे विच जिहड़ी कविता लिखी गई वो उस युग का दस्तावेज है। उहनूं जाने बगैर असीं नहीं समझ सकते कि उस युग दे विच की वापर रहा सी, उस युग का बंदा किवें सोच रहा सी। इसे तरीके नाल गदर लहर की कविता, फिर उस तो बाद जाके साडे कोले राष्ट्रवादी लहर की कविता, फिर आज़ादी तो बाद जिन्नियां लहरां चलियां समाजिक लहरां, उन्हां सारियां लहरां की कविता जिहड़ी है वो इत्थे तक असीं आउणे आ कि अज दा बंदा
अपनी मानसिक टुट भज जिस तरह दी स्थितियां दे सामने वो हैगा, अपनी मानसिक टुट भज दा सही आकाश जे आकाशी जे किते देखदा तां वो अपने युग दी कविता दे विचों देखण दी कोशिश करदा है। सो दोस्तों मेरे कहण तो भाव ये सीगा कि कविता भावें बहुत बहुत संखेप रूप है कविता दा, कविता इन्नी संखेप है कि मैं एक गल तुहाडे नाल साझी करनी चाहुंदा अमीर खुसरो होरां दी। अमीर खुसरो उर्दू जबान दे बहुत सारिया चीज़ां जिहड़ियां ने अमीर खुसरो नाल शुरू होनियां। भारत विच गंगा जमनी तहजीब जदों फारसी ते साडी इत्थों दी खड़ी बोली उर्दू के रूप दे विच आउंदी है ना, तां उहदे विच बहुत वड्डा योगदान जिहड़ा अमीर खुसरो साहब दा। अमीर खुसरो होरी एक बारी किते जा रहे सीगे, इह साखी नुमा एक घटना जिहड़ी जुड़ी होई, तां ओह की सी कि उहने देखिया कि एक बीबी एक पिंड दे विच उहनां नूं प्यास लगी ते ओह पानी पीण दे लई गए। तुसीं सब ने इह गल सुणी होई है। ते ओह देखिया उन्होंने कि एक बीबी उत्थे चरखा कत रही सी ते उहने कोल ही चुल्हे दे उत्ते खीर जिहड़ी रिद्धी होई सीगी ते कंध दे उत्ते एक पासे किल्ली गड्डी सी ते उहदे नाल ढोल जिहड़ा सी ओह लटक रिहा सी ते एक पासे उहदा कुत्ता बन्निया होया सीगा। ओह अमीर खुसरो साहब ने कहा भी मैनू पानी पिया दिओ, ते उहने कहा भी तू कौन है पानी पीण वाला, यानी पानी मंगण वाला। ते खुसरो साहब ने कहा भी मैं भाई अमीर खुसरो हाँ, राज कवि जिहड़ा इस वेले सुल्तान है, इस सुल्तान का मैं शायर हाँ, राज शायर। वो बीबी ने कहा उस औरत ने एक गल होर मैं तुहानूं जिहड़ी मैं आप महसूस करदा अपनी थोड़ी बहुती खोज दे विच ओह गल महसूस कीता कि साडा जिहड़ा बहुता लोक ਸਾਹਿਤ है ना, वो साडियां औरतां वल्लों बनाया गया जिहड़ा पुराना लोक ਸਾਹਿਤ। ਉਹਦੇ ਵਿੱਚ ਮਰਦਾਂ ਦੇ ਜੇ ਮਰਦਾਂ ਦੇ ਬਰਾਬਰ ਮਰਦਾਂ ਨਾਲੋਂ ਜ਼ਿਆਦਾ नहीं ਤਾਂ ਉਹਨਾਂ ਨਾਲੋਂ ਘੱਟ ਵੀ ਯੋਗਦਾਨ ਨਹੀਂ, यानी ਵੱਧ ਯੋਗਦਾਨ ਹੋ ਸਕਦਾ ਉਹ ਔਰਤਾਂ ਦਾ। ਉਹਨੇ ਕਿਹਾ भी ठीक है जे तू अमीर खुसरो है तो आ चारे चीज़ां जिहड़ियां ने इन्हां नूं अपनी कविता दे विच बन के दिखा मैनूं। बन के दिखाउण दा मतलब है वो कवि कहंदे ने उहनूं बन्नना, यानी चारे चीज़ां तेरी कविता विच आउण तां मैं मान लूंगी कि तू सच्ची कोई वड्डा कवि हैगा या कवि है। तो खुसरो साहब ने उत्थे फिर खड़िया खड़िया ही एक चुबुरगा बोलिया, वो ये सी भी खीर पकाई जतन से चरखा लिया चलाए, आया कुत्ता खा गया अब बैठी ढोल बजा। तो फिर उन्हें क्या वे लिया हुण पानी पिला। सो कविता बहुत संकेतक रूप दे विच संखेप दे विच जिहड़ी गल है वो अपनी गल नूं अगे प्रसारित कर सकती है। जिहड़ियां गल्लां दे बारे लिखण दे लई तुहानूं वड्डे वड्डे ग्रंथ लिखने पैंदे ने। एक शब्द है नफस, मैं तुहानूं उर्दू दे एक होर गल सुना के अपनी गल करना क्लीयर। नफस शब्द है, नफस के बारे बड़े बड़े ग्रंथ लिखे गए। एक ग्रंथ है कशफुल महजूफ, उर्दू फारसी के लिखा गया एक ग्रंथ है कशफुल महजूफ। वो पूरे का पूरा ग्रंथ इस गल के उत्ते लिखा गया कि नफस मनुख का विरोधी किवें। नफस वैसे हंकार नूं भी कहा जाता है, एक उहदा अर्थ हंकार भी है। ਉਹਦੇ बारे जिगर मुरादाबादी ने 2 सतरां लिखियां, अखर तुसीं गिण लिओ, मैं तुहानूं वो सतरां सुणाउणा। एक शेर है उन्हां दा जिगर मुरादाबादी दा, वो कहंदे ने नफस पर है मदारे जिंदगानी। नफस साहां दा आउण जाण भी कहंदे ने, जिहड़ा मतलब जिंदगी है जी रहा बंदा साहां दे सिर ते जी रहा, इहदे उत्ते दारो मदार है जिंदगी दा। नफस पर है मदारे जिंदगानी, नफस चलती हुई तलवार भी है। यानी जिंदगी साहां दे उत्ते मुनसर है, पर यह साह ही ने जिहड़े बंदे दे हंकार दा कारण बनदे आ ते बंदा जिहड़ा ओह दूसरियां नूं नीवा दर्शाउण दे लई हंकार नाल भरिया होया नफस नूं इस तरीके नाल भी देखिया जांदा है। सो ये कविता की अपनी एक विशेषता हैगी है। जदों असीं कविता नूं चंगी माड़ी होण दी गल करदे हां, भी कोई कविता फिर चंगी किवें हुंदी है, आम तौर ते इह गल बनी हुई है, असीं कहदे ने फलाना वड्डा कवि है फलाना माड़ा कवि है। यह गल कहनी थोड़ी जी सौखी है, तो इस गल नूं जदों किसी नूं कहा जाए कि तू फिर इस गल नूं सिद्ध कर, तेरे कोल तर्क की है इस गल दा। मैं देखिया बड़े बड़े विद्वान जिहड़े ने वो थिड़क जाते हैं इस गल की व्याख्या करते हैं या इस गल नूं विस्तार नाल समझाउंदे हैं, भी उन्हां कोल तर्क नहीं हुंदा इस गल दा। मैं एक गल होर निजी मेरी गल जिहड़ी मैं वो तुहाडे नाल साझी करदा हूं, यह कि जिन्ने कविता भावें एक होएगी। कविता के बारे गल करते हैं, एडगर एलन पो ने लिखा सी, भावें फिक्शन का बंदा है, उन्हें कहा सीगा कि जिहड़ी भी कोई सतर दुनिया दे विच जिहदे इक्को अर्थ निकलते होण, इक्को ही अर्थ निकलता होवे, वो कविता नहीं हैगी। कविता दे अर्थ मल्टी डायमेंशनल हुंदे ने, यानी जिन्ने लोग सुनते होण
ਕਵਿਤਾ ਉਹਨਿਆਂ ਲੋਕਾਂ ਦੀ ਆਪਣੀ ਹੋਵੇ। ਜੇ ਗੁਰੂ ਨਾਨਕ ਸਾਹਿਬ ਮੋਰੀ ਨੂੰ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਬੜਾ ਜਿਨ ਲੋਭੀ ਲੋਭ ਲੁਭਾਇਆ, ਇਸ ਗੱਲ ਨੂੰ ਖਤਮ ਇੱਥੇ ਜਾ ਕੇ ਇਸ ਸ਼ਲੋਕ ਨੂੰ ਕਰਦੇ ਨੇ ਕਿ ਚੂੜਾ ਭੰਨ ਪਲੰਗ ਸਿਓ ਮੁੰਦੇ ਸਣ ਵਾਹੀ ਸਣ ਵਾਹਾਂ ਇਤੇ ਵੇਸ ਕਰੇਂਦੀਏ ਮੁੰਦੇ ਸੌ ਰਾਤੀ ਅਬਰਾਹਾਂ ਨਾ ਮੁਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ। ਤੇ ਉਹ ਥੋੜਾ ਝੜਦਾ ਇਸ ਗੱਲ ਦੇ ਉੱਤੇ ਜਾ ਕੇ ਕਿ ਜੋ ਸਹਿ ਗਲ ਨਾ ਲੱਗੀਆਂ ਜਲਨ ਸੇ ਬਾਹੜੀਆਂ, ਯਾਨੀ ਜਿਹੜੀਆਂ ਬਾਹਾਂ ਪ੍ਰੀਤਮ ਦੇ ਗਲ ਵਿੱਚ ਨਹੀਂ ਪੈਂਦੀਆਂ ਉਹ ਬਾਹਾਂ ਦਾ ਸੜ ਜਾਣਾ ਜਲ ਜਾਣਾ ਬੁਰਾ ਹੈ। ਹੁਣ ਇਸ ਗੱਲ ਨੂੰ ਪ੍ਰੇਮ ਕਵਿਤਾ ਵੀ ਪ੍ਰੇਮ ਦੀ ਕਵਿਤਾ ਪ੍ਰੇਮ ਦੇ ਭਾਵ ਵੀ ਸਮਝਿਆ ਜਾ ਸਕਦਾ ਹੈ, ਪਰ ਨਾਲ ਦੀ ਨਾਲ ਇਹੀ ਗੱਲ ਜੀਵਾਤਮਾ ਵੱਲੋਂ ਪਰਮਾਤਮਾ ਨੂੰ ਕਹੀ ਗਈ ਇੱਕ ਅਧਿਆਤਮਕ ਆਰਾਧਨਾ ਵਾਂਗ ਵੀ ਹੈ। ਸੋ ਜਿੰਨੇ ਲੋਕ ਕਵਿਤਾ ਸੁਣ ਰਹੇ ਹੋਣ ਉਹਨਾਂ ਦੀ ਹਰ ਇੱਕ ਦੀ ਆਪਣੀ ਕਵਿਤਾ ਹੁੰਦੀ ਹੈ। ਕਵਿਤਾ ਦੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਕਵਿਤਾ ਸੁਣੀ ਨਹੀਂ ਜਾਂਦੀ ਨਾ ਪੜ੍ਹੀ ਜਾਂਦੀ ਹੈ, ਕਵਿਤਾ ਤਾਂ ਹੈਪਨ ਹੁੰਦੀ ਹੈ। ਯਾਨੀ ਹੈਪਨ ਦਾ ਮਤਲਬ ਤੁਸੀਂ ਕਵਿਤਾ ਸੁਣਦੇ ਹੋ ਤੇ ਕਵਿਤਾ ਤੁਹਾਡੇ ਉੱਤੇ ਵਾਪਰਦੀ ਹੈ, ਫਿਰ ਤੁਸੀਂ ਉਸ ਜਜ਼ਬੇ ਦੇ ਵਿੱਚ ਤੁਹਾਡੇ ਭਾਵਾਂ ਦਾ ਕਥਾਰਸਿਸ ਹੋ ਜਾਂਦਾ ਹੈ ਤੇ ਤੁਸੀਂ ਉਸ ਜਜ਼ਬੇ ਵਿੱਚ ਬਹਿ ਤੁਰਦੇ ਹੋ। ਇਹ ਵੀ ਕਵਿਤਾ ਦੀ ਵਿਆਖਿਆ ਜੋੜਿਆ ਜਾਂਦਾ ਹੈ। ਪਰ ਨਾਲ ਦੀ ਨਾਲ ਇਹ ਹੈ ਵੀ ਹਰ ਬੰਦੇ ਦੀ ਸਬਜੈਕਟਿਵ, ਜੇ ਹਰ ਬੰਦੇ ਦੀ ਕਵਿਤਾ ਆਪਣੀ ਹੁੰਦੀ ਹੈ ਤੇ ਇਹਦਾ ਮਤਲਬ ਹਰ ਬੰਦੇ ਦੀ ਸਬਜੈਕਟਿਵਿਟੀ ਕਵਿਤਾ ਦੇ ਚੰਗੇ ਮਾੜੇ ਹੋਣ ਦੇ ਵਿੱਚ ਪ੍ਰਭਾਵਸ਼ਾਲੀ ਹੁੰਦੀ ਹੈ, ਉਹਦਾ ਪ੍ਰਭਾਵ ਉਹਦੇ ਵਿੱਚ ਹੁੰਦਾ ਹੀ ਹੁੰਦਾ ਹੈ। ਆਮ ਤੌਰ ਦੇ ਉੱਤੇ ਜਿਹੜੀ ਅਕਾਦਮਿਕ ਸਮੀਖਿਆ ਉਹਦੇ ਵਿੱਚੋਂ ਜਦੋਂ ਪੁੱਛਿਆ ਜਾਂਦਾ ਕਿ ਕਵਿਤਾ ਦੇ ਐਲੀਮੈਂਟ ਕੀ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਕਵਿਤਾ ਵੱਡੀ ਜਾਂ ਛੋਟੀ ਬਣਦੀ ਹੈ, ਤਾਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਜੀ ਕਿ ਕਵਿਤਾ ਦੇ ਵਿੱਚ ਤਿੰਨ ਚਾਰ ਗੱਲਾਂ ਹੁੰਦੀਆਂ। ਯਾਨੀ ਇੱਕ ਕਵਿਤਾ ਦੀ ਵਿੱਚ ਕਲਪਨਾ ਹੁੰਦੀ ਹੈ, ਇਮੈਜੀਨੇਸ਼ਨ। ਜਿੰਨੀ ਕਵਿਤਾ ਦੇ ਵਿੱਚ ਖਿਆਲ ਦੀ ਉਚਾਈ ਹੋਏਗੀ, ਖਿਆਲ ਦੀ ਗਹਿਰਾਈ ਹੋਏਗੀ ਇੱਕੋ ਟਾਈਮ ਦੇ ਉੱਤੇ, ਉਨੀ ਉਹ ਕਵਿਤਾ ਮਹਾਨ ਹੋਣ ਦੀ ਸੰਭਾਵਨਾ ਬਣਦੀ। ਖਿਆਲ ਦੇ ਬਾਰੇ ਮੈਂ ਇਹ ਸੋਚਦਾ ਹੁੰਦਾ ਕਿ ਜੇ ਕੋਈ ਵੀ ਸਾਹਿਤ ਦਾ ਰੂਪ ਪਹਿਲਾਂ ਬਣੇ ਬਣਾਏ ਖਿਆਲਾਂ ਨੂੰ ਹੀ ਪੱਕਿਆ ਕਰਦਾ ਤਾਂ ਉਹ ਸ਼ਾਇਦ ਮੇਰੀ ਨਜ਼ਰ ਦੇ ਵਿੱਚ, ਮੇਰੀ ਨਿੱਜੀ ਗੱਲ ਹੈ, ਤੁਸੀਂ ਇਸ ਨਾਲ ਜਿਹੜਾ ਇਖਤਲਾਫ ਰੱਖ ਸਕਦੇ ਹੋ, ਇਸ ਗੱਲ ਦੇ ਨਾਲ ਅਸਹਿਮਤੀ ਪ੍ਰਗਟ ਕਰ ਸਕਦੇ ਹੋ ਕਿ ਜੇ ਪਹਿਲਾਂ ਬਣੇ ਬਣਾਏ ਵਿਚਾਰਾਂ ਨੂੰ ਹੀ ਕੋਈ ਕਵਿਤਾ ਪੱਕਿਆ ਕਰਦੀ ਹੈ ਤਾਂ ਫਿਰ ਸ਼ਾਇਦ ਉਹ ਬਹੁਤੀ ਮਹਾਨ ਸਾਹਿਤ ਨਾ ਹੋਵੇ, ਬਹੁਤੀ ਮਹਾਨ ਕਵਿਤਾ ਨਾ ਹੋਵੇ। ਕਵਿਤਾ ਜਾਂ ਤਾਂ ਪਹਿਲਾਂ ਪਏ ਹੋਏ ਵਿਚਾਰਾਂ ਨੂੰ ਐਕਸਟੈਂਡ ਕਰਦੀ ਹੈ, ਉਹਨਾਂ ਨੂੰ ਵਧਾਉਂਦੀ ਹੈ, ਜਾਂ ਉਹਨਾਂ ਨੂੰ ਰੱਦ ਕਰਦੀ ਹੈ, ਰਪਚਰ ਕਰਦੀ ਹੈ। ਇਹੀ ਸਾਹਿਤ ਦੀ ਵੀ, ਚੰਗੇ ਸਾਹਿਤ ਦੀ ਵੀ ਨਿਸ਼ਾਨੀ ਹੈ। ਮੈਂ ਜੇ ਇਹਦੀ ਇਸੇ ਗੱਲ ਦੀ ਮਿਸਾਲ ਗੁਰੂ ਨਾਨਕ ਬਾਣੀ ਦੇ ਵਿੱਚੋਂ ਦੇਣ ਦੀ ਹਿਮਾਕਤ ਕਰਾਂ ਤਾਂ ਉਹਨਾਂ ਨੇ ਆਪਣੇ ਤੋਂ ਪਹਿਲਾਂ ਪਈਆਂ ਹੋਈਆਂ ਜਿੰਨੀਆਂ ਵੀ ਧਰਮ ਦੀਆਂ ਪੱਧਤੀਆਂ ਸੀ ਉਹਨਾਂ ਸਾਰਿਆਂ ਦੇ ਉੱਤੇ ਸਵਾਲੀਆ ਚਿੰਨ੍ਹ ਲਾਏ। ਉਹਨਾਂ ਨੇ ਇਹ ਕਿਹਾ ਕਿ ਨਮਾਜ਼ ਦੀ ਪਰੰਪਰਾ ਦੇ ਬਾਰੇ ਉਹਨਾਂ ਨੇ ਕਿਹਾ ਕਿ 5 ਨਮਾਜ਼ਾਂ ਵਕਤ 5 ਪੰਜਾ ਪੰਜੇ ਨਾਉ, ਪਹਿਲੀ ਹੱਕ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸਲਾਹ। ਯਾਨੀ ਕਿ ਉਹਨਾਂ ਨੇ ਇਹ ਗੱਲ ਕਿਹਾ ਕਿ ਨਮਾਜ਼ ਪੜ੍ਹਨ ਦੇ ਤਰੀਕਾਕਾਰ ਜਿਹੜੇ ਨੇ ਇਹ ਬੰਦੇ ਨੂੰ ਅੰਦਰੋਂ ਤੇ ਬਾਹਰੋਂ ਇੱਕ ਸੁਰ ਕਰਨੇ ਚਾਹੀਦੇ ਆ, ਫੇਰ ਜਾ ਕੇ ਉਹਦੀ ਇਹ ਪੜ੍ਹਨ ਦਾ ਇਹ ਸਹੀ ਤਰੀਕਾ ਹੋ ਸਕਦਾ। ਇਸੇ ਤਰ੍ਹਾਂ ਨੇ ਜਿਹੜਾ ਉਹਨਾਂ ਦਾ ਗੁਰੂ ਨਾਨਕ ਸਾਹਿਬ ਦਾ ਜਨੇਊ ਦੇ ਬਾਰੇ ਸ਼ਲੋਕ ਹੈ ਉਹਨੂੰ ਤੁਸੀਂ ਦੇਖ ਸਕਦੇ ਹੋ, ਜਾਂ ਹੋਰ ਇਸੇ ਉਹਨਾਂ ਨੇ ਆਪਣੇ ਦੌਰ ਦੇ ਪਾਪੂਲਰ ਵਿਚਾਰਾਂ ਨੂੰ ਉਹਦੇ ਉੱਤੇ ਸਵਾਲ ਖੜੇ ਕੀਤੇ, ਉਹਨਾਂ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਇਸ ਗੱਲ ਦੇ ਨਾਲ ਜੋੜਿਆ ਵੀ ਤੁਸੀਂ ਭਾਈ ਕਿਤੇ ਨਾ ਕਿਤੇ ਸਮਾਂ ਪਾ ਕੇ ਇਹ ਜਿਹੜੇ ਵਿਚਾਰ ਨੇ ਨਾ ਤੁਹਾਡੇ, ਜਿਹੜੇ ਵਿਚਾਰ ਸਥਾਪਤੀ ਵੱਲੋਂ ਤੁਹਾਡੇ ਤੱਕ ਪਹੁੰਚਾਏ ਗਏ, ਇਹ ਵਿਚਾਰਾਂ ਨੂੰ ਹੁਣ ਨਵੀਂ ਰੌਸ਼ਨੀ ਦੇ ਵਿੱਚ ਨਵੇਂ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕਵਿਤਾ ਦੀ ਕਲਪਨਾ ਦਾ ਸਭ ਤੋਂ ਵੱਡਾ ਆਧਾਰ ਵੀ ਹੈ। ਦੂਸਰੇ ਪਾਸੇ ਕਿਹਾ ਜਾਂਦਾ ਕਿ ਕਵਿਤਾ ਦੇ ਵਿੱਚ ਇੱਕ ਵਿਜ਼ਡਮ ਹੁੰਦੀ ਹੈ, ਇੱਕ ਬੁੱਧੀ ਹੁੰਦੀ ਹੈ। ਮੈਂ ਇਸ ਗੱਲ ਬਾਰੇ ਗੱਲ ਕਰਦੇ ਹਾਂ ਜਦੋਂ ਸੰਤ ਸਿੰਘ ਸੇਖੋਂ ਨੂੰ ਪੜ੍ਹ ਰਿਹਾ ਸੀਗਾ। ਸੇਖੋਂ ਹੋਰਾਂ ਦਾ ਪੂਰਾ ਇੱਕ ਕਿਤਾਬ ਹੈ ਉਹਨਾਂ ਦੀ ਸਾਹਿਤਿਆਰਥ, ਉਹਦੇ ਵਿੱਚ ਕਵਿਤਾ ਦੇ ਬਾਰੇ ਬਹੁਤ ਵੱਡੀ ਪੱਧਰ ਦੇ ਉੱਤੇ ਵਿਚਾਰ ਕੀਤੀ ਔਰ ਪੰਜਾਬੀ ਦੀ ਬਹੁਤ ਮਹਾਨ ਕਿਤਾਬ ਹੈ। ਉਹ ਕਹਿ ਰਹੇ ਸੀਗੇ ਕਿ ਸਿਆਣਾ ਸਾਇੰਟਿਸਟ ਵੀ ਬਹੁਤ ਹੁੰਦਾ, ਘੱਟ ਸਿਆਣਾ ਨਹੀਂ ਹੁੰਦਾ ਸਾਇੰਟਿਸਟ, ਜਾਂ ਹੋਰ ਆਮ ਬੰਦਾ ਵੀ ਬਹੁਤ ਸਿਆਣਾ ਹੁੰਦਾ। ਆਮ ਬੰਦੇ ਨੂੰ ਅਸੀਂ ਜਦੋਂ ਇਹ ਘਟਾ ਕੇ ਦੇਖਦੇ ਹਾਂ, ਉਹ ਤੁਸੀਂ ਕਹਾਣੀ ਸੁਣੀ ਹੋਣੀ ਹੈ ਕਿ ਕਿਸੇ ਪ੍ਰੋਫੈਸਰ ਦੀ ਕਾਰ ਜਿਹੜੀ ਸੀਗੀ ਉਹ ਜਾ ਰਿਹਾ ਸੀ ਉਤਰਾਈ ਤੋਂ ਤੇ ਉਹਦਾ ਚੱਕਾ ਜਿਹੜਾ ਸੀ ਉਹ ਖੁੱਲ ਗਿਆ
खुल के तो चक्का भी लै गया तो नाल ही 4 ही टायर भी चले गए। तो वह बेचारा उत्थे खड़ा कार नूं किसी तरीके नाल उहने इट दे उत्ते ला लिया तो सोची जाए कि हुण मैं की करा, चक्का उहदे कोल स्टैप नहीं सीगी, सोची जाए कि हुण मैं इहनूं की करा। तो कोई बंदा सधारण साइकिल ते पट्ठे लई आउंदा सी, कहंदा जी की होया, कहंदा यार नट नुट जिहा सारे नाल ही उड गए ते हुण मैं, ओह कहंदा सिंपल गल है, बाकी तिन्नां चक्कियां चों एक एक नट लो, ਉਹਦੇ ਨਾਲ ਕੱਸ ਲਓ ਤੇ ਤੁਸੀਂ ਥੋੜੀ ਦੂਰ ਤੱਕ ਤਾਂ ਜਾ ਹੀ ਸਕਦੇ ਹੋ, ਫਿਰ ਉੱਥੇ ਜਾ ਕੇ ਆਪਣਾ ਪ੍ਰਬੰਧ ਕਰ ਲਿਓ। ਸੋ ਇਹ ਆਮ ਬੰਦੇ ਦੀ ਵਿਜ਼ਡਮ ਹੈ ਜਿਹੜੀ ਪ੍ਰੈਕਟਿਸ ਦੇ ਵਿੱਚੋਂ ਆਉਂਦੀ ਹੈ। ਜਦੋਂ ਅਸੀਂ ਆਮ ਬੰਦੇ ਨੂੰ ਤੇ ਸਾਹਿਤਕਾਰ ਨੂੰ ਵੱਖ ਕਰਨ ਦੀ ਪੂਰੀ ਰਵਾਇਤ ਦੇ ਵਿੱਚੋਂ ਲੰਘਦੇ ਹਾਂ ਤਾਂ ਸ਼ਾਇਦ ਅਸੀਂ ਆਮ ਬੰਦੇ ਨੂੰ ਘਟਾ ਕੇ ਦੇਖ ਰਹੇ ਹੁੰਦੇ, ਜਿਹਨੇ ਕਵਿਤਾ ਨੂੰ ਮਾਨਣਾ, ਤੇ ਕਵਿਤਾ ਨੂੰ ਮਾਨਣਾ ਅਸਲ ਦੇ ਵਿੱਚ ਦੁਬਾਰਾ ਕਵਿਤਾ ਲਿਖਣਾ ਹੁੰਦਾ। ਜਦੋਂ ਇੱਕ ਵਾਰੀ ਕਵਿਤਾ ਲਿਖੀ ਗਈ, ਕਵਿਤਾ ਉਦੋਂ ਹੀ ਨਹੀਂ ਲਿਖੀ ਜਾਂਦੀ, ਹਰ ਬੰਦਾ ਪੜ੍ਹਨ ਸਮੇਂ ਉਸ ਕਵਿਤਾ ਨੂੰ ਦੁਬਾਰਾ ਲਿਖਦਾ। ਸੋ ਇਸ ਕਰਕੇ ਕਲਪਨਾ ਦੀ ਜਿਹੜੀ ਬੁੱਧੀ, ਜਿਹੜੀ ਕਵਿਤਾ ਦੇ ਵਿੱਚ ਕਲਪਨਾ ਦੇ ਨਾਲ ਨਾਲ ਬੁੱਧੀ ਹੁੰਦੀ ਹੈ ਨਾ, ਉਹ ਬੁੱਧੀ ਅਸਲ ਦੇ ਵਿੱਚ ਇੱਕ ਬਹੁਤ ਕਾਮਨ ਪਲੇਟਫਾਰਮ ਤੱਕ ਲੈ ਆਉਂਦੀ ਹੈ ਐਕਸਪੀਰੀਅੰਸ ਨੂੰ। ਯਾਨੀ ਉਹਦੇ ਵਿੱਚ ਇਹ ਹੁੰਦਾ ਕਿ ਹਰ ਬੰਦਾ ਜਦੋਂ ਪੜ੍ਹਦਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਬਾਰੇ ਜਿਹੜਾ ਮੋਰੀ ਰੂਣ ਝੁਣ ਲਾਇਆ, ਤਾਂ ਹਰ ਬੰਦਾ ਜਦੋਂ ਪੜ੍ਹਦਾ ਤੇ ਉਹਨੂੰ ਲੱਗਦਾ ਕਿ ਇਹ ਮੇਰੀ ਗੱਲ ਹੋ ਰਹੀ ਹੈ। ਜੇ ਮੇਰੀ ਗੱਲ ਨਹੀਂ ਤਾਂ ਘੱਟੋ ਘੱਟ ਮੇਰੇ ਐਕਸਪੀਰੀਅੰਸ ਦੀ ਗੱਲ ਤਾਂ ਹੋ ਰਹੀ ਹੈ। ਇਹ ਗੱਲ ਨੂੰ ਵਾਪਰਦਿਆਂ, ਇਸ ਗੱਲ ਨੂੰ ਹੁੰਦਿਆਂ ਮੈਂ ਵੀ ਮਹਿਸੂਸ ਕੀਤਾ। ਇਸ ਕਰਕੇ ਕਵਿਤਾ ਦੀ ਬੁੱਧੀ, ਕਵਿਤਾ ਦਾ ਵਿਜ਼ਡਮ, ਕਵਿਤਾ ਦੀ ਸਿਆਣਪ ਹੋਰ ਤਰੀਕੇ ਦੀ ਸਿਆਣਪ ਹੁੰਦੀ ਹੈ। ਉਸ ਤਰੀਕੇ ਦੀ ਸਿਆਣਪ ਨਹੀਂ ਹੁੰਦੀ ਜਿਸ ਤਰੀਕੇ ਦੀ ਸਿਆਣਪ ਸਾਨੂੰ ਸੈੱਟ ਜ਼ਿੰਦਗੀ 'ਚ ਸੈੱਟ ਹੋਣ ਦੇ ਲਈ, ਅਗਾਂਹ ਵਧਾਉਣ ਦੇ ਲਈ ਪ੍ਰੇਰਿਤ ਕਰਦੀ ਹੈ। ਤੀਸਰੇ ਨੰਬਰ ਤੇ ਕਿਹਾ ਜਾਂਦਾ ਕਵਿਤਾ ਦੀ ਭਾਸ਼ਾ। ਹੁਣ ਕਵਿਤਾ ਦੀ ਭਾਸ਼ਾ ਦੇ ਬਾਰੇ ਇਹ ਕਿਹਾ ਗਿਆ ਸੀਗਾ, ਅਰਸਤੂ ਨੇ ਇਹ ਗੱਲ ਕਹੀ ਨਾ, ਪਲੇਟੋ ਨੇ ਕਹੀ, ਮੈਂ ਮਾਫ ਕਰਿਓ ਮੈਨੂੰ ਇਸ ਗੱਲ ਦੇ ਲਈ, ਪਲੇਟੋ ਨੇ ਇਹ ਗੱਲ ਕਹੀ ਕਿ ਜਿਹੜਾ ਕਵੀ ਹੁੰਦਾ ਨਾ ਉਹ ਪਾਗਲ ਹੁੰਦਾ, ਪਰ ਉਹ ਵਿਉਂਤਿਆ ਹੋਇਆ ਪਾਗਲ ਹੁੰਦਾ। ਜਿਵੇਂ ਕੋਈ ਬੰਦਾ ਪਾਗਲਪਨ ਨੂੰ ਵਿਉਂਤ ਲਵੇ। ਜਿੰਨੀਆਂ ਕਵਿਤਾਵਾਂ ਅਸੀਂ ਪੜ੍ਹਦੇ ਹਾਂ, ਜੇ ਉਹਨਾਂ ਕਵਿਤਾਵਾਂ ਦੇ ਵਿੱਚੋਂ ਆਮ ਜ਼ਿੰਦਗੀ ਦੇ ਹਿਸਾਬ ਨਾਲ ਤਰਕਸ਼ੀਲਤਾ ਦੀ ਤਲਾਸ਼ ਕਰੀਏ, ਉਹਦੀ ਰੈਸ਼ਨੈਲਿਟੀ ਬਣਾਈਏ, ਤਾਂ ਉਹ ਨਹੀਂ ਬਣ ਸਕਦੀ। ਇੱਕ ਬੰਦਾ ਆਮ, ਜੇ ਇਹ ਗੱਲ, ਜਿਵੇਂ ਕਵਿਤਾ ਆਮ ਤੌਰ ਤੇ ਕਵਿਤਾ ਦੇ ਵਿੱਚ, ਉਰਦੂ ਕਵਿਤਾ 'ਚ ਇੱਕ ਰੂੜੀ ਹੈ ਕਿ ਉਹ ਮਹਿਬੂਬ ਦੀਆਂ ਵਾਲਾਂ ਨੂੰ, ਮਹਿਬੂਬ ਦੀਆਂ ਜ਼ੁਲਫਾਂ ਨੂੰ ਘਟਾਵਾਂ ਕਹਿੰਦੇ ਨੇ। ਹੁਣ ਆਮ ਬੰਦੇ ਨੂੰ, ਜਿਹੜਾ ਫਿਰ ਆਮ ਤੋਂ ਮਤਲਬ ਹੈ ਜਿਹੜਾ ਬੰਦਾ ਉਸ ਪੋਇਟਿਕ ਪ੍ਰੈਕਟਿਸ ਦੇ ਵਿੱਚੋਂ ਨਹੀਂ ਗੁਜ਼ਰਿਆ ਹੋਇਆ, ਜੇ ਇਹ ਗੱਲ ਦੱਸੀ ਜਾਵੇ ਤਾਂ ਉਹ ਕਹੇਗਾ ਕਿ ਇਹ ਗੱਲ ਝੂਠ ਹੀ ਨਹੀਂ ਹੈਗੀ, ਇਹ ਗੱਲ ਅਸਲ ਦੇ ਵਿੱਚ ਬਹੁਤ ਵੱਡੀ ਗੱਪ ਹੈ। ਇਹ ਗੱਲ ਸੱਚ ਕਿਵੇਂ ਹੋ ਸਕਦੀ ਹੈ? ਕਿੱਥੇ ਕਿਸੇ ਬੰਦੇ ਦੇ ਸਿਰ ਦੇ ਵਾਲ ਤੇ ਕਿੱਥੇ ਉਹ ਘਟਾਵਾਂ। ਪਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਕਵਿਤਾ ਦੇ ਵਿੱਚ ਸਪੌਂਟੇਨੀਅਸ ਓਵਰਫਲੋ ਆਫ ਪਾਵਰਫੁਲ ਫੀਲਿੰਗਸ ਹੈ ਨਾ, ਵਰਡਸਵਰਥ ਦੇ ਕਹਿਣ ਵਾਂਗ। ਤਾਂ ਇਹਦੇ ਵਿੱਚ ਕੀ ਆ ਕਿ ਭਾਵਨਾਵਾਂ ਦਾ ਵਿਰੋਕ ਪ੍ਰਗਟਾਵਾ, ਵਿਰੋਕ ਬਹਾ ਹੁੰਦਾ ਹੈ। ਤਾਂ ਇਹ ਜ਼ਾਹਿਰ ਹੈ ਕਿ ਇਹਦੇ ਵਿੱਚ ਇਹਦੀ ਭਾਸ਼ਾ ਵੀ ਫਿਰ ਵੱਖਰੀ ਹੋਏਗੀ। ਕਵਿਤਾ ਦੀ ਭਾਸ਼ਾ ਸਿਰਫ ਤੇ ਸਿਰਫ ਸ਼ਬਦਾਂ ਦੇ ਸਹਾਰੇ ਨਹੀਂ ਬਣਦੀ, ਬਲਕਿ ਉਹਦੇ ਵਿੱਚ ਪੇਸ਼ ਵਿਚਾਰ ਤੇ ਉਹਨਾਂ ਵਿਚਾਰਾਂ ਦਾ, ਜਿਹੜੀ ਮੈਂ ਗੱਲ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਮਤਲਬ ਇੱਕ ਗੱਲ ਹੋਰ ਜਿਹੜੀ ਆਪਾਂ ਕਵਿਤਾ ਦੇ ਬਾਰੇ, ਇਹਦੇ ਭਾਸ਼ਾ ਦੇ ਬਾਰੇ ਕਰ ਲਈਏ ਨਾਲ ਹੀ ਹੁਣੇ ਜ਼ਰੂਰੀ, ਉਹ ਇਹ ਕਿ ਕਵਿਤਾ ਨੇ ਗਿਆਨ ਨਹੀਂ ਦੇਣਾ ਹੁੰਦਾ। ਇਹ ਗੱਲ ਤਾਂ ਮੰਨ ਕੇ ਚੱਲੀਏ। ਜਿਹੜੇ ਲੋਕ ਕਵਿਤਾ ਕੋਲੋਂ ਕਹਿੰਦੇ ਨੇ ਕਿ ਅੱਜ ਦੀ ਕਵਿਤਾ ਜੀ ਬੰਦੇ ਨੂੰ ਸੇਧ ਨਹੀਂ ਦਿੰਦੀ, ਜਾਂ ਮੇਰੇ ਕਈ ਵਿਦਿਆਰਥੀ ਆ ਕੇ ਕਹਿੰਦੇ ਨੇ ਸਰ ਜੀ ਕੋਈ ਕਵਿਤਾ ਦੀ ਕਿਤਾਬ ਦੱਸੋ ਜਿਹੜੀ ਜ਼ਿੰਦਗੀ ਨੂੰ ਸੇਧ ਦੇਵੇ। ਮੈਂ ਉਹਨੂੰ ਕਹਿੰਦਾ ਹੁੰਦਾ ਕਿ ਜੇ ਜ਼ਿੰਦਗੀ ਦੀ ਸੇਧ ਪੜ੍ਹਨੀ ਹੈ ਨਾ ਤਾਂ ਫਿਰ ਤੂੰ ਨਰਿੰਦਰ ਸਿੰਘ ਕਪੂਰ ਨੂੰ ਪੜ੍ਹ ਲਾ, ਹਾਂ ਤੈਨੂੰ ਸੇਧ ਮਿਲ ਜੂ ਜਿੱਦਾਂ ਦੀ ਸੇਧ ਤੂੰ ਭਾਲਦਾ। ਤੇ ਜੇ ਤੂੰ ਆਪਣੀ ਭਟਕਣ, ਆਪਣੀ ਬੇਤਰਤੀਬੀ ਦੀ ਰੈਸ਼ਨੈਲਿਟੀ ਜਾਣਨੀ ਹੈ ਜਾਂ ਹੋਰ ਭਟਕਣਾ, ਫਿਰ ਕਵਿਤਾ ਪੜ੍ਹ, ਫਿਰ ਕਵਿਤਾ ਨੂੰ ਜਾਣਨ ਦੀ ਕੋਸ਼ਿਸ਼ ਕਰ। ਕਵਿਤਾ ਗਿਆਨ ਨਹੀਂ ਦਿੰਦੀ। ਗਿਆਨ ਤਾਂ ਅਖਬਾਰ ਦੇ ਵਿੱਚ ਛਪੇ ਹੋਏ ਲੇਖ ਵੀ ਦੇ ਸਕਦੇ ਨੇ, ਪਰ ਕਵਿਤਾ ਨੇ ਤੁਹਾਨੂੰ ਜਿਹੜੀਆਂ ਚੀਜ਼ਾਂ ਬਾਰੇ ਦੱਸਣਾ ਉਹਦਾ ਆਧਾਰ ਐਸਥੈਟਿਕਸ ਹੋਣਾ, ਸੁਹਜ ਹੋਣਾ। ਆਮ ਜ਼ਿੰਦਗੀ, ਜਿਵੇਂ ਕਿਸੇ ਬੰਦੇ ਕੋਲੋਂ ਪੁੱਛਿਆ ਜਾਵੇ ਕਿ ਭਾਈ ਤੂੰ ਜਦੋਂ ਕਿਰਾਏ ਉੱਤੇ ਫਲਾਣੇ ਸ਼ਹਿਰ ਰਹਿੰਦਾ ਸੀ, ਜਿਵੇਂ ਮੇਰੇ ਦੋਸਤ ਤੇ ਤੁਹਾਡੇ ਕੋਆਰਡੀਨੇਟਰ ਪਵਨ ਟਿੱਬਾ ਜੀ ਇਸ ਵੇਲੇ ਰਹਿ ਰਹੇ ਨੇ ਪਟਿਆਲੇ ਦੇ ਵਿੱਚ, ਉਹਨਾਂ ਕੋਲੋਂ ਜੇ ਪੁੱਛਿਆ ਜਾਵੇ ਕਿ ਯਾਰ ਤੂੰ ਆਪਣੇ ਕਮਰੇ ਬਾਰੇ ਮੈਨੂੰ ਦੱਸ, ਉਹ ਦੱਸਣਗੇ ਕਿ ਮੇਰਾ ਇਸ ਤਰੀਕੇ ਨਾਲ ਅੰਦਰ ਵੜਦਾ, ਮੈਂ ਇੱਧਰ ਬੈੱਡ ਲੱਗਿਆ ਹੋਇਆ, ਸਾਹਮਣੇ 2 ਖਿੜਕੀਆਂ ਨੇ, ਇੱਧਰਲੇ ਪਾਸੇ ਇੱਕ ਦਰਵਾਜ਼ਾ ਹੈ, ਇੱਧਰ ਅਲਮਾਰੀ ਪਈ ਹੈ ਤੇ ਮੇਰੀ ਕਿਤਾਬਾਂ ਵਾਲਾ ਰੈਕ ਪਿਆ, ਐਂਡ ਦੈਟਸ ਇਟ। ਯਾਨੀ ਇਹ ਬਹੁਤ ਕਾਮਨ ਐਕਸਪੀਰੀਅੰਸ ਹੈ ਜਿਹੜਾ ਅਸੀਂ ਆਪਣੀ ਜ਼ਿੰਦਗੀ 'ਚ ਥੋੜੇ ਜਿਹੇ ਬਦਲਾਅ ਦੇ ਨਾਲ ਅਕਸਰ ਦੇਖਦੇ ਹਾਂ।
ਜਦੋਂ ਇਹਦੇ ਬਾਰੇ ਕੋਈ ਬੰਦਾ ਕਵਿਤਾ ਲਿਖ ਦੇਗਾ, ਇਹੀ ਸਾਰਾ ਕੁਝ ਜਿਹੜਾ ਉਹ ਕਵਿਤਾ ਦੇ ਵਿੱਚ ਪੇਸ਼ ਹੋਵੇਗਾ ਤਾਂ ਸ਼ਾਇਦ ਸਾਨੂੰ ਜ਼ਿਆਦਾ ਦਿਲਕਸ਼ ਲੱਗੇ, ਅਸੀਂ ਉਸ ਗੱਲ ਨੂੰ ਰੈਲਿਸ਼ ਕਰੀਏ, ਉਹ ਸਾਡੇ ਅੰਦਰ ਆਪ ਉਹ ਸਾਰੀਆਂ ਦੇਖੀਆਂ ਹੋਈਆਂ ਚੀਜ਼ਾਂ ਰੀਨਿਊ ਹੋ ਜਾਣ, ਨਵਿਆਈਆਂ ਜਾਣ, ਤੇ ਇੰਨੀਆਂ ਐਸਥੈਟਿਕਲੀ ਰੀਨਿਊ ਹੋ ਜਾਣ ਕਿ ਸਾਨੂੰ ਉਹ ਬਹੁਤ ਮਤਲਬ ਦਿਲਕਸ਼ ਲੱਗੇ ਸਾਰਾ ਕੁਝ। ਇਸ ਕਰਕੇ ਕਵਿਤਾ ਦੀ ਭਾਸ਼ਾ ਅਸਲ ਦੇ ਵਿੱਚ ਸਾਡੇ ਅੰਦਰ ਪਏ ਹੋਏ ਪਹਿਲਾਂ ਵਾਲੇ ਵਿਚਾਰਾਂ ਨੂੰ ਹਲੂਣਾ ਦੇਣ ਵਾਲੀ ਭਾਸ਼ਾ ਹੁੰਦੀ ਹੈ। ਤੇ ਚੌਥੇ ਨੰਬਰ ਦੇ ਉੱਤੇ ਕਿਹਾ ਜਾਂਦਾ ਹੈ ਸ਼ੈਲੀ। ਸ਼ੈਲੀ ਮੈਨੇ ਸਟਾਈਲ। ਤੇ ਸ਼ੈਲੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਜਿੰਨੀ ਤਰ੍ਹਾਂ ਦੀ ਕਵਿਤਾ ਉਨੀ ਤਰ੍ਹਾਂ ਦੀ ਸ਼ੈਲੀ ਹੁੰਦੀ ਹੈ। ਕਵਿਤਾ ਦੇ ਬਾਰੇ ਤੁਸੀਂ ਕਿਸੇ ਇੱਕ ਸਟਾਈਲ ਦੇ ਵਿੱਚ ਕਵਿਤਾ ਨਹੀਂ ਲਿਖਦੇ। ਕਵਿਤਾ ਮੂਡ ਦੇ ਉੱਤੇ ਡਿਪੈਂਡ ਕਰਦੀ ਹੈ। ਕਵਿਤਾ ਇਸ ਗੱਲ ਦੇ ਉੱਤੇ ਨਿਰਭਰ ਕਰਦੀ ਹੈ ਕਿ ਕਵਿਤਾ ਲਿਖਣ ਵਾਲਾ ਬੰਦਾ ਜਿਹੜਾ ਉਹਦਾ ਉਦੇਸ਼ ਕੀ ਹੈ। ਯਾਨੀ ਬਹੁਤ ਸਾਰੀਆਂ ਐਸੀਆਂ ਮਸਨਵੀਆਂ ਵੀ ਲਿਖੀਆਂ ਗਈਆਂ, ਕਸੀਦੇ ਵੀ ਲਿਖੇ ਗਏ ਜਿਹੜੇ ਰਾਜਿਆਂ ਨੂੰ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਸਨ। ਕੁਝ ਸਮਾਂ ਪਹਿਲਾਂ ਤੁਸੀਂ ਜਿਹੜਾ ਉਹ ਇੱਕ ਫਿਲਮ ਆਈ ਸੀਗੀ, ਉਹਦੇ ਤੇ ਬੜਾ ਰੌਲਾ ਪਿਆ, ਪਦਮਾਵਤ। ਪਦਮਾਵਤ ਇੱਕ ਮਹਾਕਾਵਿ ਹੈ ਜਿਹੜਾ ਭਾਰਤ ਵਿੱਚ ਲਿਖਿਆ ਗਿਆ। ਉਹ ਲਿਖਿਆ ਸੀ ਮਲਕ ਮੁਹੰਮਦ ਜਾਇਸੀ ਨੇ। ਪਦਮਾਵਤ ਰਾਣੀ ਪਦਮਾਵਤੀ ਦੀ ਕਥਾ ਨਾਲੋਂ ਜ਼ਿਆਦਾ ਉਹ ਉਸ ਪੂਰੇ ਰਾਜ-ਕਾਜ ਦੇ ਤੰਤਰ ਦੀ ਪ੍ਰਸ਼ੰਸਾ ਸੀ। ਉਹਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਬਹੁਤ ਵੱਡੇ ਵੱਡੇ ਸਰਗ ਲਿਖੇ ਗਏ ਜਿਹਦੇ ਵਿੱਚ ਉਸ ਦੌਰ ਦੇ ਰਾਜਿਆਂ ਦੇ ਐਸ਼ਵਰਜ ਦੇ ਬਾਰੇ ਲਿਖਿਆ ਗਿਆ। ਤਾਂ ਇਹ ਸਾਰਾ ਕੁਝ ਲਿਖਿਆ ਜਾਂਦਾ ਰਿਹਾ ਕਿਉਂਕਿ ਉਸ ਦੌਰ ਦੇ ਜਿਹੜੇ ਬੰਦੇ ਸੀਗੇ ਲਿਖਣ ਵਾਲੇ ਸ਼ਾਇਰ, ਉਹਨਾਂ ਦਾ ਉਦੇਸ਼ ਕਿਤੇ ਨਾ ਕਿਤੇ ਉਹ ਸੁਣਾ ਕੇ, ਖਾਸ ਤੌਰ ਤੇ ਕਸੀਦਾਕਾਰੀ, ਕਸੀਦਾ ਗੋਈ ਜਿਹਨੂੰ ਕਹਿੰਦੇ ਨੇ, ਉਹ ਸੁਣਾ ਕੇ ਰਾਜਿਆਂ ਕੋਲੋਂ ਆਪਣੀ ਆਰਥਿਕ ਇਮਦਾਦ ਲੈਣਾ ਵੀ ਸੀ, ਆਪਣੀ ਰੋਜ਼ੀ ਰੋਟੀ ਚਲਾਉਣਾ ਵੀ ਸੀ। ਤਾਂ ਇਸ ਕਰਕੇ ਕਵਿਤਾ ਦੀ ਜਿਹੜਾ ਰੂਪ ਹੈ ਜਾਂ ਕਵਿਤਾ ਦੀ ਸ਼ੈਲੀ ਹੈ ਉਹ ਇਸ ਗੱਲ ਦੇ ਉੱਤੇ ਡਿਪੈਂਡ ਕਰਦੀ ਹੈ ਵੀ ਪਹਿਲੀ ਗੱਲ ਤਾਂ ਐਕਸਪੀਰੀਅੰਸ ਕਿਸ ਤਰ੍ਹਾਂ ਦਾ। ਕਵਿਤਾ ਦੇ ਰੂਪ ਤੇ ਵਸਤੂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ, ਸਾਹਿਤ ਦੇ ਰੂਪ ਤੇ ਵਸਤੂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇਗੀਆਂ। ਤੁਸੀਂ ਇਹ ਗੱਲਾਂ ਇਸ ਕੋਰਸ ਤੋਂ ਇਲਾਵਾ ਵੀ ਸੁਣਦੇ ਰਹੇ ਹੋ, ਇੱਧਰ ਉੱਧਰ ਪੜ੍ਹਦੇ ਰਹੇ ਹੋ ਕਿ ਰੂਪ ਤੇ ਵਸਤੂ ਦੇ ਦਵੰਦ ਬਾਰੇ ਮਾਰਕਸਵਾਦੀ ਕੀ ਕਹਿੰਦੇ ਨੇ, ਰੂਪਵਾਦੀ ਕੀ ਕਹਿੰਦੇ ਆ, ਸੰਰਚਨਾਵਾਦ ਉਹਨੂੰ ਕਿਸ ਤਰੀਕੇ ਨਾਲ ਦੇਖਦਾ। ਸਾਡੇ ਮੱਧਕਾਲ ਦੇ ਵਿੱਚ ਕਵੀ ਇਸ ਗੱਲ ਬਾਰੇ ਕੌਨਸ਼ੀਅਸ ਸੀਗੇ। ਉਹ ਇਸ ਗੱਲ ਬਾਰੇ ਕਹਿੰਦੇ ਸੀ ਕਿ ਜਲ ਮੈਂ ਕੁੰਭ, ਕੁੰਭ ਮੈਂ ਜਲ ਹੈ, ਬਾਹਰ ਭੀਤਰ ਪਾਣੀ, ਫੂਟਿਓ ਜਲ ਜਲ ਜਲੈ ਸਮਾਣਾ। ਇਹ ਤੱਥ ਕਥੋ ਗਿਆਨੀ। ਗਿਆਨੀ ਇਹ ਗੱਲ ਦੱਸਦੇ ਨੇ ਕਿ ਪਾਣੀ ਦੇ ਵਿੱਚ ਇੱਕ ਘੜਾ ਤੈਰ ਰਿਹਾ ਤੇ ਉਹਦੇ ਵਿੱਚ ਵੀ ਪਾਣੀ। ਯਾਨੀ ਇਹ ਇਸ ਤਰੀਕੇ ਦੀ ਗੱਲ, ਸਾਹਿਤ ਦਾ ਰੂਪ ਜਿਹੜਾ ਉਹ ਅਸਲ ਦੇ ਵਿੱਚ ਵਿਚਾਰ ਦੇ ਨਾਲ ਡਿਪੈਂਡ ਕਰਦਾ ਹੈ ਬਈ ਵਿਚਾਰ ਕਿਸ ਤਰੀਕੇ ਦਾ ਆਏਗਾ। ਜੇ ਵਿਚਾਰ ਆਪਣੀ ਸ਼ਕਲ ਵੱਡੇ ਰੂਪ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਤਾਂ ਕਵਿਤਾ ਥੋੜੀ ਵੱਡੀ ਹੋਏਗੀ। ਜੇ ਬਹੁਤ ਸੰਖੇਪ ਤੇ ਜ਼ਿਆਦਾ ਸੰਕੇਤਕ ਰੂਪ ਦੇ ਵਿੱਚ ਵਿਚਾਰ ਆ ਰਿਹਾ ਕੋਈ ਜਾਂ ਉਸੇ ਤਰੀਕੇ ਦੀ ਸੋਝ ਵਿੱਚੋਂ ਆ ਰਿਹਾ ਤਾਂ ਛੋਟੀ ਹੋਏਗੀ। ਮੈਂ ਹੁਣ ਗੱਲ ਜਿਹੜੀ ਕਰਨੀ ਚਾਹੁੰਦਾ ਤੁਹਾਡੇ ਨਾਲ ਦੋਸਤੋ, ਕੁਝ ਲੋਕ ਮੈਸੇਜ ਵੀ ਕਰ ਰਹੇ ਨੇ ਤੇ ਮੈਂ ਆਪ ਉੱਥੇ ਆਉਣਾ ਚਾਹੁੰਦਾ ਹੁਣ, ਉਹ ਇਹ ਵੀ ਕਵਿਤਾ ਦਾ ਅਧਿਆਪਨ ਕਿਵੇਂ ਕੀਤਾ ਜਾਵੇ। ਇਹ ਬਹੁਤ ਸੰਕਟ ਦੀ ਗੱਲ ਰਹੀ ਹੈ ਮੇਰੇ ਅਧਿਆਪਨ ਕੈਰੀਅਰ ਦੇ ਵਿੱਚ। ਆਮ ਤੌਰ ਦੇ ਉੱਤੇ ਕੀ ਹੈ, ਅਧਿਆਪਕ ਜਿਹੜੇ ਕਾਲਜਾਂ ਵਾਲੇ ਵੀ, ਮੈਂ ਸਕੂਲ ਵਿੱਚ ਤਾਂ ਨਹੀਂ ਪੜ੍ਹਾਇਆ, ਮੈਂ ਕਾਲਜਾਂ ਦੇ ਵਿੱਚ ਪੜ੍ਹਾਇਆ ਤੇ ਫਿਰ ਯੂਨੀਵਰਸਿਟੀ ਦੇ ਵਿੱਚ ਆ ਗਿਆ, ਉਹਨਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਬਹੁਤ ਪਾਪੂਲਰ ਤਕਨੀਕ ਹੁੰਦੀ ਕਵਿਤਾ ਦੀ, ਉਹ ਹੁੰਦੀ ਹੈ ਤੂੰ ਪੜ੍ਹ ਤਕਨੀਕ। ਉਹ ਤੂੰ ਪੜ੍ਹ ਤਕਨੀਕ ਇਹ ਕਿਹਾ ਜਾਂਦਾ ਬਈ ਕਾਕਾ ਹੁਣ ਤੂੰ ਪੜ੍ਹ, ਫਿਰ ਅੱਗੇ ਕਿਹਾ ਜਾਂਦਾ ਹੁਣ ਤੂੰ ਪੜ੍ਹ ਗੁੱਡੀ, ਹੁਣ ਬਈ ਬੱਚੇ ਤੂੰ ਪੜ੍ਹ, ਤੇ ਲੈ ਬਈ ਦੇਖ ਲਈ ਕਵਿਤਾ। ਤੇ ਫਿਰ ਉਹਦੀ ਅਧਿਆਪਕ ਜਿਹੜੀ ਉਹ ਆਪਣੇ ਤੌਰ ਦੇ ਉੱਤੇ ਜਿਸ ਕਿਸਮ ਦੀ ਵਿਆਖਿਆ ਕਰਦਾ, ਉਹ ਵਿਆਖਿਆ ਬਹੁਤੀ ਵਾਰ ਬੱਚੇ ਦੇ ਕੰਮ ਦੀ ਵੀ ਨਹੀਂ ਹੁੰਦੀ। ਜਿਵੇਂ ਨਾਵਲ ਦੇ ਬਾਰੇ ਇਹ ਗੱਲ ਕਹੀ ਗਈ, ਨਾਟਕ ਦੇ ਬਾਰੇ ਕਿ ਨਾਟਕ ਨੂੰ ਕਿਵੇਂ ਪੜ੍ਹਾਉਣਾ ਚਾਹੀਦਾ, ਮੈਂ ਇੱਕ ਤਰੀਕਾ ਇਹ ਅਪਣਾਇਆ ਕਿ ਮੈਂ ਨਾਟਕ ਦੇ ਵਿੱਚ ਨਾ ਕਰੈਕਟਰ ਵੰਡ ਦਿੰਦਾ। ਤੁਸੀਂ ਵੀ ਸਾਰੇ ਐਵੇਂ ਕਰਦੇ ਹੋਣੇ ਆ, ਇਹ ਬਹੁਤ ਪੁਰਾਣਾ ਤਰੀਕਾ, ਮੈਂ ਨਹੀਂ ਕਹਿੰਦਾ ਵੀ ਮੈਂ ਹੀ ਇਜਾਦ ਕੀਤਾ। ਮੈਂ ਕਰੈਕਟਰ ਵੰਡ ਦਿੰਦਾ ਸੀਗਾ। ਕਰੈਕਟਰ ਇਹ ਵੰਡ ਕੇ ਫਿਰ ਕੀ ਹੋਇਆ ਕਿ ਇੱਕ ਬਹੁਤ ਨਵਾਂ ਐਕਸਪੀਰੀਅੰਸ ਸੀ, ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਨਾ ਚਾਹੁੰਦਾ 1-2 ਮਿੰਟਾਂ ਦੇ ਵਿੱਚ।
ਜਿਵੇਂ ਮੈਂ ਪਹਿਲੀ ਵਾਰ ਕੀ ਕੀਤਾ ਕਿ ਨਾਟਕ ਦੇ ਕਰੈਕਟਰ ਵੰਡ ਦਿੱਤੇ, ਕੁੜੀਆਂ ਨੂੰ ਕੁੜੀਆਂ ਵਾਲੇ ਕਰੈਕਟਰ ਤੇ ਮੁੰਡਿਆਂ ਨੂੰ ਮੁੰਡਿਆਂ ਵਾਲੇ ਕਰੈਕਟਰ। ਤੇ ਉਹ ਮੈਂ ਦੇਖਿਆ ਵੀ ਜਿਹੜੀਆਂ ਕੁੜੀਆਂ ਸੀ ਨਾ, ਉਹ ਗੱਲਾਂ ਜਿਹੜੀਆਂ ਨਾਟਕ ਵਿੱਚ ਲਿਖੀਆਂ ਗਈਆਂ ਉਹ ਕਰਦਿਆਂ ਸੰਗਦੀਆਂ ਸੀ। ਫਿਰ ਮੈਂ ਥੋੜਾ ਜਿਹਾ ਉਲਟ ਕੰਮ, ਮੈਂ ਮੁੰਡਿਆਂ ਨੂੰ ਕੁੜੀਆਂ ਵਾਲੇ ਕਰੈਕਟਰ ਦੇ ਦਿੱਤੇ ਤੇ ਕੁੜੀਆਂ ਨੂੰ ਮੁੰਡਿਆਂ ਵਾਲੇ ਕਰੈਕਟਰ ਦੇ ਦਿੱਤੇ। ਯਾਨੀ ਔਰਤਾਂ ਵਾਲੇ ਕਰੈਕਟਰ ਜਿਹੜੇ ਉਹ ਮੁੰਡੇ ਪੜ੍ਹਨਗੇ ਤੇ ਮਰਦਾਂ ਵਾਲੇ ਕਰੈਕਟਰ ਕੁੜੀਆਂ ਪੜ੍ਹਨਗੀਆਂ। ਮੈਂ ਦੇਖਿਆ ਵੀ ਕੁੜੀਆਂ ਬਹੁਤ ਉਤਸ਼ਾਹ ਵਿੱਚ ਸੀਗੀਆਂ ਤੇ ਮੁੰਡੇ ਸੰਗੂ ਸੰਗੂ ਜਾਂ ਡਰੂ ਡਰੂ ਜਿਹੇ ਆਪਣੇ ਕਰੈਕਟਰ ਪੜ੍ਹਦੇ ਸੀ। ਕਵਿਤਾ ਦੇ ਬਾਰੇ ਪੜ੍ਹਨ ਦਾ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਦਾ। ਮੈਂ ਉਦੋਂ ਫਿਰੋਜ਼ਪੁਰ RST ਕਾਲਜ ਦੇ ਵਿੱਚ ਪੜ੍ਹਾਉਂਦਾ ਸੀ। ਮੈਂ ਇੱਕ ਕੀਤਾ ਇਹ ਕੰਮ ਕਿ ਕਵਿਤਾ ਉਦੋਂ ਲੱਗੀ ਹੋਈ ਸੀ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ, ਸ਼ਿਵ ਕੁਮਾਰ ਦੀ ਕਵਿਤਾ ਬਹੁਤ ਮਸ਼ਹੂਰ। ਮੈਂ ਉਹਨਾਂ ਨੂੰ ਪਹਿਲੇ ਦਿਨ ਇਹ ਕਵਿਤਾ ਪੜ੍ਹਾਈ ਤੇ ਉਹਨਾਂ ਨੂੰ ਇਹ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਵਾਲਾ ਸਾਰਾ ਸਿਧਾਂਤ, ਕਿ ਅਸਲ ਦੇ ਵਿੱਚ ਜਦੋਂ ਬੰਦਾ ਕਿਸੇ ਆਪਣੇ ਨਾਲੋਂ ਵਿਯੋਗਿਆ ਜਾਂਦਾ ਹੈ, ਮੁਹੱਬਤ ਦੇ ਭਾਵ ਪੇਸ਼ ਕਰਦਾ ਹੈ। ਸੰਯੋਗ ਦੀ ਕਵਿਤਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ, ਵਿਯੋਗ ਦੀ ਕਵਿਤਾ ਵੀ ਘੱਟ ਮਹੱਤਵਪੂਰਨ ਨਹੀਂ ਹੁੰਦੀ। ਤਾਂ ਉਹ ਫਿਰ ਮਹਿਸੂਸ ਕਿਵੇਂ ਕਰਦਾ ਦੁਨੀਆ ਨੂੰ, ਉਹ ਦੁਨੀਆ ਦੇ ਵਿੱਚ ਪਏ ਹੋਏ ਰੂਪਾਕਾਰਾਂ ਨੂੰ, ਜਿਵੇਂ ਉਹ ਸ਼ਿਵ ਦੀ ਉਹ ਵੀ ਕਵਿਤਾ ਬਹੁਤ ਮਸ਼ਹੂਰ, ਪੱਠੀ ਵਾਲੀਏ ਚੰਬੇ ਦੀਏ ਡਾਲੀਏ ਤੇ ਪੀੜਾਂ ਦਾ ਪਰਾਗਾ ਭੁੰਦੇ, ਉਹਦੇ ਵਿੱਚ ਸਾਰੇ ਉਦਾਸ ਬਿੰਬ ਨੇ। ਇਸੇ ਤਰੀਕੇ ਨਾਲ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ, ਇਹ ਵੀ ਬਹੁਤ ਉਦਾਸ ਬਿੰਬ ਨੇ ਸਾਰੇ। ਪੂਰੀ ਕਵਿਤਾ ਉਦਾਸੀ ਦੇ ਬਿੰਬਾਂ ਨਾਲ ਲੱਦੀ ਹੋਈ ਹੈ। ਮੈਂ ਬੱਚਿਆਂ ਨੂੰ ਇਹ ਕਵਿਤਾ ਪੜ੍ਹਾਈ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਿਵੇਂ ਮਤਲਬ ਮਹਿਸੂਸ ਕਿਵੇਂ ਕੀਤਾ। ਉਹਨਾਂ ਨੇ ਕਿਹਾ ਠੀਕ ਹੈ ਸਰ, ਵਧੀਆ ਮਹਿਸੂਸ ਕੀਤਾ। ਮੈਂ ਉਹਨਾਂ ਨੂੰ ਕਿਹਾ ਕੱਲ ਆਪਾਂ ਇਸੇ ਕਵਿਤਾ ਨੂੰ ਇੱਕ ਨਵੇਂ ਤਰੀਕੇ ਨਾਲ ਪੜਾਂਗੇ, ਤੁਸੀਂ ਸਾਰੇ ਤਿਆਰ ਹੋ ਕੇ ਆਇਓ। ਤੇ ਅਗਲੇ ਦਿਨ ਮੇਰਾ ਇੱਕ ਵਿਦਿਆਰਥੀ ਸੀ, ਮੈਂ ਉਹਨੂੰ ਕਿਹਾ ਵੀ ਉਹ ਬਲੂਟੂਥ ਵਾਲਾ ਸਪੀਕਰ ਲੈ ਕੇ ਆਈ ਛੋਟਾ। ਅਸੀਂ YouTube ਦੇ ਉੱਤੇ ਉਹ ਗੀਤ ਲਾਇਆ, ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ। ਤੇ ਸਾਰੇ ਬੱਚੇ ਜਿਹੜੇ ਸੀ ਉਹ ਇਸ ਤਰੀਕੇ ਨਾਲ ਬੈਠ ਗਏ ਆਲੇ ਦੁਆਲੇ ਆ ਕੇ, ਯਾਨੀ ਕਲਾਸ ਵਾਲੇ ਮਾਹੌਲ ਨਾਲੋਂ ਜ਼ਿਆਦਾ ਉਹ ਗੀਤ ਮੰਨਣ ਵੱਲ ਹੋ ਗਏ। ਤੇ ਮੈਂ ਦੇਖਿਆ ਕਿ ਉਹਦੇ ਵਿੱਚੋਂ 5-7 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਦੀਆਂ ਅੱਖਾਂ ਵਿੱਚ ਸਿੱਲ ਸੀ। ਉਹਨਾਂ ਨੇ ਕਵਿਤਾ ਨੂੰ ਫੀਲ ਕੀਤਾ ਸੀ। ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਅਧਿਆਪਕ ਹੋਣ ਦੇ ਨਾਤੇ ਕਵਿਤਾ ਨੂੰ, ਉਹਦੇ ਵਿੱਚ ਅਸਲ ਦੇ ਵਿੱਚ ਕੀ ਹੁੰਦਾ ਕਿ ਫਿਰ ਫੋਨ ਆ ਗਿਆ। ਦੋस्तों आवाज मुझे लगता आ रही है ना? हेलो जी हाँ सर, आ रही है जी सर। ठीक है ठीक है ठीक है ठीक है। और पीछे फोन पे रियली सॉरी फॉर दैट। वो की है कि कविता असल ਦੇ ਵਿੱਚ ਮਹਿਸੂਸ ਜਦੋਂ ਬੰਦਾ ਕਰਦਾ ਨਾ ਤਾਂ ਫਿਰ ਕਵਿਤਾ ਨਾਲ ਰਿਲੇਟ ਜਲਦੀ ਕਰਦਾ। ਜੇ ਕਵਿਤਾ ਨੂੰ ਮਹਿਸੂਸ ਨਹੀਂ ਕਰਦਾ, ਇਹਦਾ ਮਤਲਬ ਅਧਿਆਪਕ ਦਾ ਫਰਜ਼ ਇਹ ਹੈ ਕਿ ਜਦੋਂ ਮੈਂ ਵਿਆਖਿਆ ਕਰਾਂਗਾ ਕਵਿਤਾ ਦੀ ਤਾਂ ਉਹ ਮੇਰਾ ਆਪਣਾ ਓਪੀਨੀਅਨ ਹੋਏਗਾ। ਮੈਂ ਕਵਿਤਾ ਨੂੰ ਆਪਣੇ ਐਕਸਪੀਰੀਅੰਸ ਤੱਕ ਲਿਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂਗਾ। ਪਰ ਮੈਂ ਜਿਵੇਂ ਪਹਿਲਾਂ ਦੱਸਿਆ ਗੱਲ ਕੀਤੀ ਹੈ, ਉਹ ਕੀਤੀ ਕਿ ਕਵਿਤਾ ਨੇ ਕਾਮਯਾਬ ਕਵਿਤਾ ਉਦੋਂ ਬਣਨਾ ਜਦੋਂ ਉਹ ਇੱਕ ਕਾਮਨ ਐਕਸਪੀਰੀਅੰਸ ਤੱਕ ਪਹੁੰਚ ਜਾਏ। ਜੇ ਇਕਬਾਲ ਦਾ ਇਹ ਸ਼ੇਰ ਬਾਰ-ਬਾਰ ਸਾਰੇ ਲੋਕ ਅਸੀਂ ਬੋਲਦੇ ਹਾਂ, खुदी को कर बुलंद इतना कि हर तकदीर से पहले खुदा बंदे से खुद पूछे बता तेरी रजा क्या है, ਤਾਂ ਇੱਕ ਕਾਮਨ ਐਕਸਪੀਰੀਅੰਸ ਤੱਕ ਆਈ ਹੋਈ ਗੱਲ। ਜਾਂ ਅਸੀਂ ਸ਼ਹੀਦ ਭਗਤ ਸਿੰਘ ਦੇ ਨਾਲ ਇੱਕ ਜਦੋਂ ਵੀ ਸਾਡੇ ਅੰਦਰ ਜੁਝਾਰੂ ਭਾਵ ਪੈਦਾ ਹੁੰਦੇ ਨੇ, ਜੋੜ ਕੇ ਦੇਖਦੇ ਹਾਂ ਕਿ ਹਵਾ ਮੇ ਰਹੇਗੀ ਮੇਰੇ ਖਿਆਲ ਕੀ ਬਿਜਲੀਆਂ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਉਹਨੂੰ ਇੱਕ ਕਾਮਨ ਐਕਸਪੀਰੀਅੰਸ ਤੱਕ ਲਿਜਾਣ ਵਿੱਚ ਕਾਮਯਾਬ ਹੋਏ ਤੇ ਜ਼ਿੰਦਗੀ ਵਿੱਚ ਜਿੱਥੇ ਜਿੱਥੇ ਅਸੀਂ ਉਸ ਕਵਿਤਾ ਦੀ ਲੋੜ ਮਹਿਸੂਸ ਕਰਦੇ, ਸਾਡੀਆਂ ਭਾਵਨਾਵਾਂ ਉੱਥੇ ਅਸੀਂ ਉਹਨੂੰ ਬਿਲਕੁਲ ਫਿੱਟ ਮਹਿਸੂਸ ਕਰਦੇ ਕਿ ਹੁਣ ਇਹ ਸਹੀ ਤਰੀਕੇ ਨਾਲ ਬੋਲਣ ਦਾ ਸਮਾਂ ਆ ਗਿਆ। ਆਮ ਤੌਰ ਤੇ ਫੰਕਸ਼ਨ ਹੁੰਦੇ ਰਹਿੰਦੇ ਨੇ ਤੁਹਾਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ। ਉੱਥੇ ਮੈਂ ਬਾਰ-ਬਾਰ ਦੇਖਿਆ ਕਿ ਜਦੋਂ ਬੰਦੇ ਕਿਸੇ ਦਾ ਸਵਾਗਤ ਕਰਨ ਲਈ ਸ਼ੇਰ ਲੱਭਦੇ ਨੇ ਤਾਂ ਉਹ ਜੀ ਆਇਆਂ ਫਿਲਮ ਵਾਲਾ ਉਹ ਬੋਲਦੇ ਆ ਬਈ ਤੁਸੀਂ ਘਰ ਸਾਡੇ ਆਏ ਤੇ ਅਸੀਂ ਫੁੱਲੇ ਨਾ ਸਮਾਏ, ਕਿਉਂਕਿ ਉਹ ਕਾਮਨ ਐਕਸਪੀਰੀਅੰਸ ਤੱਕ ਗੱਲ ਆ ਜਾਂਦੀ। ਉਹਦੇ ਨਾਲੋਂ ਸੂਟੇਬਲ ਤੇ ਉਹਦੇ ਨਾਲੋਂ ਸੌਖੀ ਚੀਜ਼ ਉਸ ਵੇਲੇ ਹੋਰ ਕੋਈ ਔੜਦੀ ਨਹੀਂ, ਹੋਰ ਕੋਈ ਨਹੀਂ ਲੱਭਦੀ। ਜਦੋਂ ਅਸੀਂ ਕਵਿਤਾ ਨੂੰ ਪੜ੍ਹਾ ਰਹੇ ਹਾਂ ਕਲਾਸ ਦੇ ਵਿੱਚ, ਜਿਹੜੀਆਂ ਟੀਚਿੰਗ ਅਬਿਲਿਟੀਜ਼ ਐਂਡ ਟੀਚਿੰਗ ਟੈਕਨੀਕਸ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ, ਕਿਉਂਕਿ ਯੂ ਪੀਪਲ ਆਰ ਆਲਰੇਡੀ ਟੀਚਿੰਗ ਫਰੋਮ ਅ ਲੌਂਗ ਵਾਈਲ, ਤਾਂ ਤੁਹਾਨੂੰ ਇਸ ਗੱਲ ਦਾ ਸਾਰਾ ਕੁਝ ਪਤਾ ਹੈ। ਪਰ ਮੈਂ ਜਿਹੜੀ ਗੱਲ ਮਹਿਸੂਸ ਕੀਤੀ ਉਹ ਇਹ ਕਿ ਕਵਿਤਾ ਨੂੰ ਉਹ ਬੰਦੇ ਦੀ ਜ਼ਿੰਦਗੀ ਦੀ ਅਹਿਸਾਸ ਦੀ ਵਿਆਕਰਣ ਵਿੱਚ ਕਿਵੇਂ ਢਾਲ, ਇਹ ਅਧਿਆਪਕ ਦੀ ਸਭ ਤੋਂ ਮੈਨੂੰ ਲੱਗਦਾ ਵੀ ਯੋਗਤਾ ਵੱਡੀ ਹੋ ਸਕਦੀ ਹੈ। ਤਾਂ ਪਰ ਨਾਲ ਦੀ ਨਾਲ ਇੱਕ ਇਹ ਵੀ ਗੱਲ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਬੱਚੇ ਨੂੰ
महसूस करवाउण दी समर्था नाल भी लैस हो जावांगे कि कविता एक फौरी प्रतिक्रम है, यानी कविता राही जीविया गया यथार्थ एक रिएक्शनरी रियलिटी है, फौरी यथार्थ है। ते कविता दे विचों जिंदगी जान के तां उस जिंदगी बारे चंगा माड़ा या ये कह लो कि आम जिंदगी दी बाइनरीज उस कविता दे विचों पैदा दिसण दे बावजूद उस कविता विच अल्टीमेट रूप दे विच नहीं हुंदियां। असीं एक गल मैं होर दसदा, जिहड़ी गल मैं अपने बच्चों को हमेशा दसदा रहा चंगी माड़ी कविता दे लई, ते ओह पढ़ाउंदिआं उन्हां नूं ये गल दसदा रहा। ये गल करन तो बाद फिर आपां सवालां वल आ जाना। वो गल यह है कि मैं बच्चों को यह गल हुण भी ये गल दसदा हुंदा कविता पढ़ाउंदिआं कि पावर स्ट्रक्चर हुंदे ने, पावर इंस्टीट्यूशनस हुंदियां, वो तीन ने मेनली, ਜਿਹੜੀਆਂ तीन पावर स्ट्रक्चर ने ਜਿਹੜੇ ਕਿਸੇ ਬੰਦੇ ਨੂੰ ਉਹਦੀ ਚੇਤਨਾ ਨੂੰ, ਉਹਦੀ ਹੋਂਦ ਨੂੰ, ਉਹਦੀ ਜ਼ਿੰਦਗੀ ਨੂੰ ਘੜਦੇ ਆ ਤੇ ਪ੍ਰਭਾਵਿਤ ਕਰਦੇ ਆ। ਸਭ ਤੋਂ ਨੇੜੇ ਦਾ ਜਿਹੜਾ ਸਾਡੇ ਐਕਸਪੀਰੀਅੰਸ ਹੈ ਪਾਵਰ ਦਾ, ਉਹ ਹੈਗੀ ਹੈ ਫੈਮਿਲੀ, परिवार। परिवार एक पावर हाउस है जिहड़ा सॉरी जिहदे विच पिता या परिवार का जिहड़ा आगू मर्द है उही उहनूं चलाउंदा है। इसे तरीके नाल साडे कोल दूसरा जिहड़ा उस तो थोड़ी दूर दा पर विचकारला पावर स्ट्रक्चर हैगा स्टेट। स्टेट नूं पहला राजे चलाउंदे सी, हुण साडे अपने चुने हुए आगू चलाउंदे ने, जिहड़े आम तौर ते राजियां वांग ही विहार करदे आ, रूलर जिहनूं असीं कहने। तीसरे नंबर के उत्ते ये सारी दुनिया, ये सारी सृष्टि एक पावर स्ट्रक्चर है जिहदा सेंटर हैगा पावर दा, वो असीं आम तौर ते गॉड नूं मनदे, कुदरत नूं नहीं मानदे, अनफॉर्चुनेटली गॉड नूं मनदे आ। तो कोई भी कविता वो जे असीं जदों बच्चे नूं पढ़ा रहे हैं इन्हां तिन्नां पावर स्ट्रक्चर के हवाले नाल, इन्हां तिन्नां नूं ही आम तौर के उत्ते एड्रैस, साडे सारे विचार इन्हां तिन्नां पावर स्ट्रक्चर नूं एड्रैस होंदे ने, सारे जिन्ने विचार होंदे। तां असीं ये जानने की कोशिश करांगे कि ये जिहड़ी कविता पढ़ाई जा रही है, इहदे विच पेश हो रहा एक्सपीरियंस इन्हां पावर स्ट्रक्चर नूं एड्रैस किवें कर रहा, यानी ओह किवें एड्रैस कर रहा है फैमिली नूं, या फैमिली कह लो मतलब समाज दे विच बणीआं होईआं जो रवायतां ने, वो किवें एड्रैस कर रहा है स्टेट नूं, जिवें स्टेट दीआं जो एथिक्स ने, नॉर्म्स ने, ते ओह किवें एड्रैस कर रहा इस सारी सृष्टि नूं, जिहदे विच गुरु नानक साहब साडे वड्डे आदर्श ने, जिहड़े कहंदे सी एती मार पई कुरलाणे तै की दर्द ना आया, है ना। ये एक तरीका हो सकदा। एक जिहड़ा तरीका कविता नूं पढ़ाउण दा ते कविता दे बारे बच्चे नूं चंगी माड़े ज्ञान हासिल करन दा, आखिरी गल है मेरी ये, वो ये है कि असीं उन्हां नूं दस सकदे हां कि सब तो पहलां उहदे विच वस्तु की है, यानी कि उहदा कंटेंट की है। दूसरे नंबर पर असीं उहनूं दस सकते हैं कि इहदी विधि की सी, इस गल नूं, इस यथार्थ नूं, इस रियलिटी नूं, इस वस्तु नूं पेश करन दी विधि किहड़ी सीगी, उस बंदे ने अपनी गल कहण दे लई किहड़े तरीके वरते। सारा भारतीय काव्य शास्त्र असल च विधियां दा काव्य शास्त्र है। ते तीसरे नंबर के उत्ते असीं ये देख सकते हैं कि यह गल कहण दी उहदी विचारधारा की सी, यानी कवि वस्तु किहड़ी लैंदा, उहदियां विधियां किहड़ियां इस्तेमाल करदा है, ते फिर उहदी विचारधारा की है, वो किधर खड़दा है, कि वह दलित या दमित धिर वाल खड़दा है या वह दरड़ी जा रही धिर दे नाल खड़दा है। इस तरीके नाल जिहड़ी कविता वो समझाई जा सकती है। इक्को कविता के बहुत सारे अर्थ हुंदे ने। मैं फिर ये गल दोस्तों तुहाडे नाल सांझी करदा कि किसी युग दे विच, किसी समाज दे विच कविता तां ही सदीवी रह सकती है जे उस कविता नूं असीं महसूस करन जोगे लोकां नूं कर दईए। आम तौर पर होया ये कि जिंदगी दीआं बजर रवायतां ने, या कह लो कि स्थापती ने सानू इन्ने कड़े बना दिता मनुखा नूं कि असीं महसूस नहीं करते। महसूस करन दी समर्था साडे विच बहुत ओपरे लैवल के उत्ते रहण दित्ती। तो इस करके जे कविता ने सदीवी होना है, लंबे समय तक जीना, तो कविता दे नाल एहसास का पैदा होना बहुत जरूरी है। तो तुसीं अध्यापक लोग जिहड़े ने वो ज़्यादा हसास लोग हो, तो तुहाडे तो पढ़न वाले बच्चे भी जिहड़े ने वो ज़्यादा एहसासमंद होण,
ਇਸੇ ਗੱਲ ਨਾਲ ਮੈਂ ਆਪਣੀ ਗੱਲ ਜਿਹੜੀ ਸੀਗੀ, ਮੇਰੇ ਕੋਲ ਇੰਨੀਆਂ ਗੱਲਾਂ ਸੀਗੀਆਂ, ਪਰ ਤੁਹਾਡੀਆਂ ਗੱਲਾਂ ਦੇ ਵਿੱਚ ਹੋਰ ਗੱਲਾਂ ਕਰਨ ਦੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ। ਸੋ ਮੈਨੂੰ ਲੱਗਦਾ ਵੀ ਆਪਾਂ ਕੁਝ ਸਵਾਲਾਂ ਜਵਾਬਾਂ ਦੇ ਜ਼ਰੂਰ ਰੂਬਰੂ ਹੋਈ ਜੀ। पवन जी।